श्री वाहिगुरु साहिब जी। बलिहारी गुर आपने दिहाड़ी सदबार। जिन मानस ते देवते कीए करत न लागी बार। जे सो चंदा उगवह सूरज चढ़े हजार। इते चानण होंदियां गुर बिन घोर अंधार। पंज प्याले पंज पीर छठम पीर बैठा गुर भारी। अर्जन काया पलट कै मूरत हर गोबिंद सवारी। चली पीढ़ी सोडियाँ रूप दिखावन बारो बारी। दल पंजन गुर सूरमा बड़ जोधा बोह पर उपकारी। दल पंजन गुर सूरमा बड़ जोधा बोह पर उपकारी। बाणी गुरु गुरु है बाणी बिच बाणी अमृत सारे। गुर बाणी कहै सेवक जन मानै पर तख गुरु निस्तारे। सो कहो टल गुर सेविया अहनिस सहज सुभाए। दर्शन परसया गुरु कै जन्म मरण दुख जाए। होवै सिफत खसामदी नूर अरसो कुरसो झटिया। तुद डिठे सच्चे पातशाह मल जन्म जन्म दी कटिया। सज्जन सच्चा पातशाह सिर साहांदै साहो। जिस पास बैठिया सोहिया सबना दा बेसाहो। सतनाम श्री वाहिगुरु साहिब जी। मारू सोलहे महला पंजवा। सचत वावस सच्चे केरा। साजा थान सदा प्रभ तेरा। सच्ची कुदरत सच्ची बाणी। सच साहिब सुख की जाहे। साजत वापस सच्चे केरा। साचा थान सदा प्रभ तेरा। सच्ची कुदरत सच्ची बाणी। सच साहिब सुख की जाहे। एको आप तू है बड़ राजा। हुक्म सच्चे कै पूरे काजा। अंतर बाहर सब किछ जानै।
ਹੀ ਆਪ ਭਤੀਜਾ ਹੈ। ਤੂੰ ਵੱਡ ਰਸੀਆ ਤੂੰ ਵੱਡ ਭੋਗੀ, ਤੂੰ ਨਿਰਵਾਣ ਤੂੰ ਹੈ ਹੀ ਜੋਗੀ। ਸਰਬ ਸੁਖ ਸਹਿਜ ਘਰ ਤੇਰਾ, ਅਮਿਓ ਤੇਰੀ ਦ੍ਰਿਸ਼ਟੀ ਜਾਹੇ। ਤੇਰੀ ਦਾਤ ਤੁਝੈ ਤੇ ਹੋਵੈ, ਦੇਹ ਦਾਨ ਸਭ ਸਹਿ ਜੰਤ ਲੋਐ। ਟੋਟ ਨ ਆਵੈ ਪੂਰ ਭੰਡਾਰੈ, ਤ੍ਰਿਪਤ ਰਹੇ ਆਗੀਜਾ ਹੈ। ਤੇਰੀ ਦਾਤ ਤੁਝੈ ਤੇ ਹੋਵੈ, ਦੇਹ ਦਾਨ ਸਭ ਸਹਿ ਜੰਤ ਲੋਐ। ਟੋਟ ਨ ਆਵੈ ਪੂਰ ਭੰਡਾਰੈ, ਤ੍ਰਿਪਤ ਰਹੇ ਆਗੀਜਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਛਤਰ ਤਖ਼ਤ ਦੇ ਮਾਲਕ, ਬਾਣੀ ਕੇ ਬੋਹਿਤ ਜਾਹਰਾ ਜਹੂਰ ਹਾਜ਼ਰਾ ਹਜੂਰ। ਸਰਬ ਕਲਾ ਸਮਰੱਥ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡ ਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਸੋਲ੍ਹੇ ਬਾਣੀ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਵਿਚਾਰ ਆਪ ਜੀ ਸ਼ਰਵਣ ਕਰਦੇ ਆ ਰਹੇ ਹਨ। ਕੱਲ੍ਹ ਵਾਲੀ ਵਿਚਾਰ ਦੇ ਵਿੱਚ ਪਹਿਲੇ 4 ਬੰਦਾਂ ਦੀ ਆਪ ਜੀ ਨੇ ਵਿਚਾਰ ਸ਼ਰਵਣ ਕੀਤੀ ਸੀ। ਅੱਜ ਸਤਿਗੁਰੂ ਮਹਾਰਾਜ ਜੀ 5ਵੇਂ ਬੰਦ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿੱਥੇ ਆਪਾਂ ਨੇ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸ਼ਰਵਣ ਕਰਨੀ ਹੈ, ਉੱਥੇ ਅੱਜ ਨਾਲ ਹੀ 5 ਪਿਆਲੇ 5 ਪੀਰ ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਬਾਰੋ ਬਾਰੀ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਸੂਰਮੇ ਸਤਿਗੁਰੂ ਜਿਹੜੇ ਵੱਡੇ ਯੋਧੇ ਵੀ ਸਨ, ਪਰਉਪਕਾਰੀ ਵੀ ਸਨ, ਐਸੇ ਮਹਾਨ ਸਤਿਗੁਰੂ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅੱਜ ਗੁਰਤਾ ਗੱਦੀ ਦਿਵਸ ਦਿਹਾੜਾ ਵੀ ਹੈ।
ਸੋ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦਿਹਾੜੇ ਦੀ ਲੱਖ ਲੱਖ ਵਧਾਈ। ਜਿੱਥੇ ਆਪਾਂ ਗੁਰਬਾਣੀ ਦੀ ਵਿਚਾਰ ਸਰਵਣ ਕਰਨੀ ਹੈ ਅਤੇ ਨਾਲ ਆਪਾਂ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਕਿਵੇਂ ਗੁਰਗੱਦੀ ਪ੍ਰਾਪਤ ਹੋਈ ਹੈ, ਉਹ ਕੁਝ ਸਮੇਂ ਲਈ ਆਪਾਂ ਇਤਿਹਾਸ ਨਾਲ ਸਾਂਝ ਵੀ ਪਾਣੀ ਹੈ। ਸੋ ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਅਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਅਤੇ ਉਚਾਰਨ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੱਚ ਤਪਾਵਸ ਸੱਚੇ ਕੇਰਾ, ਸਾਚਾ ਥਾਨ ਸਦਾ ਪ੍ਰਭ ਤੇਰਾ। ਮਾਰੂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ 1074 ਅੰਕ 'ਤੇ ਬਖਸ਼ਿਸ਼ ਕਰ ਰਹੇ ਹਨ ਕਿ ਸੱਚ ਤਪਾਵਸ ਸੱਚੇ ਖੇਰਾ। ਸੱਚ ਤਪਾਵਸ ਦਾ ਅਰਥ ਹੈ ਨਿਆਂ। ਕਹਿੰਦੇ ਜਿਹੜਾ ਸੱਚਾ ਪਰਮੇਸ਼ਰ ਵਾਹਿਗੁਰੂ ਹੈ ਨਾ, ਉਹਦਾ ਜਿਹੜਾ ਨਿਆਂ ਹੈ ਸੱਚਾ ਹੈ। ਉਹ ਹਰ ਇੱਕ ਦੇ ਨਾਲ ਨਿਆਂ ਕਰਦਾ, ਕਿਸੇ ਨਾਲ ਵੀ ਅਨਿਆਂ ਨਹੀਂ ਹੋਣ ਦਿੰਦਾ ਹੈ। ਉਹ ਵੱਖਰੀ ਗੱਲ ਹੈ, ਜੀਵਨ 'ਚ ਵਿਚਰਦਿਆਂ ਹੋਇਆਂ ਮਨੁੱਖ ਨੂੰ ਕਦੇ ਦੁੱਖ ਪ੍ਰਾਪਤ ਹੁੰਦਾ, ਕਦੇ ਸੁੱਖ ਮਿਲਦਾ ਹੈ, ਕਦੇ ਮਨੁੱਖ ਨੂੰ ਕਾਮਯਾਬੀ ਮਿਲਦੀ ਹੈ, ਕਦੇ ਨਾਕਾਮਯਾਬ ਹੁੰਦਾ ਹੈ। ਜਦੋਂ ਫਿਰ ਮਨੁੱਖ ਨਾਕਾਮਯਾਬ ਹੁੰਦਾ, ਇਹਨੂੰ ਕਾਮਯਾਬੀ ਨਹੀਂ ਮਿਲਦੀ ਹੈ, ਅਤੇ ਕਈ ਵਾਰੀ ਮਨੁੱਖ ਪਰਮਾਤਮਾ ਨੂੰ ਦੋਸ਼ ਦਿੰਦਾ ਕਿ ਪਰਮਾਤਮਾ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ ਹੈ। ਸਾਡੀ ਨਿਗਾਹ ਦੇ ਵਿੱਚ, ਸਮਾਜ ਦੀ ਨਿਗਾਹ ਵਿੱਚ ਉਹ ਚੰਗਾ ਨਹੀਂ ਹੁੰਦਾ, ਪਰ ਪਰਮਾਤਮਾ ਦੀ ਨਿਗਾਹ ਦੇ ਉਹ ਚੰਗਾ ਹੁੰਦਾ ਹੈ। ਜਿਸ ਤਰ੍ਹਾਂ ਦੇ ਆਪਾਂ ਕਰਮ ਕੀਤੇ ਹੁੰਦੇ ਨੇ ਨਾ, ਉਹਦੇ ਮੁਤਾਬਕ ਹੀ ਸਾਨੂੰ ਫਲ ਪ੍ਰਾਪਤ ਹੁੰਦਾ ਹੈ। ਜਾਂ ਇੰਝ ਕਹਿ ਲਈਏ ਕਿ ਗੁਰੂ ਸਾਹਿਬਾਨ ਜੀ ਭਾਂਡਾ ਦੇਖਦੇ ਨੇ, ਕਿ ਭਾਂਡਾ ਦੇਖਦੇ ਨੇ ਕਿ ਜਿਸ ਭਾਂਡੇ ਵਿੱਚ ਵਸਤੂ ਜਿਹੜੀ ਪਾਣੀ ਹੈ ਇਹ ਸਮਾ ਸਕਦੀ ਕਿ ਨਹੀਂ ਸਮਾ ਸਕਦੀ ਹੈ। ਜੇ ਤਾਂ ਭਾਂਡਾ ਸਤਿਗੁਰੂ ਨੂੰ ਪ੍ਰਵਾਨ ਹੋ ਗਿਆ, ਫਿਰ ਤਾਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਕੇ ਆਪਣੀਆਂ ਦਾਤਾਂ ਪਾ ਦਿੰਦੇ ਨੇ। ਜੇ ਭਾਂਡਾ ਗੁਰੂ ਸਾਹਿਬਾਨ ਨੂੰ ਪ੍ਰਵਾਨ ਨਹੀਂ ਹੈ, ਫਿਰ ਸਤਿਗੁਰੂ ਉਹ ਦਾਤ ਨਹੀਂ ਪਾਉਂਦੇ, ਅਤੇ ਉਹਦੇ ਵਿੱਚ ਹੀ ਸਾਡਾ ਭਲਾ ਹੀ ਹੁੰਦਾ ਹੈ। ਪਰ ਮਨੁੱਖ ਦੀ ਆਦਤ ਹੈ ਕਿ ਰੱਬ ਨੂੰ ਦੋਸ਼ ਦੇਣਾ, ਗੁਰੂ ਨੂੰ ਦੋਸ਼ ਦੇਣਾ, ਇਹ ਮਨੁੱਖ ਦੀ ਆਦਤ ਹੈ। ਵੱਡੇ ਤੋਂ ਵੱਡੇ ਜਿਹੜੇ ਦਰਬਾਰ ਨੇ, ਰਾਜੇ ਮਹਾਰਾਜਿਆਂ ਦੇ ਦਰਬਾਰਾਂ ਦੇ ਵਿੱਚ ਕਿਸੇ ਨਾਲ ਨਿਆਂ ਹੁੰਦਾ, ਕਿਸੇ ਨਾਲ ਅਨਿਆਂ ਹੋ ਜਾਂਦਾ ਹੈ। ਕਈ ਵਾਰੀ ਐਸਾ ਹੁੰਦਾ ਹੈ ਕਿ ਸੱਚਾ ਇਨਸਾਨ ਝੂਠਾ ਸਾਬਤ ਹੋ ਜਾਂਦਾ, ਅਤੇ ਝੂਠਾ ਇਨਸਾਨ ਜਿਹੜਾ ਸੱਚਾ ਸਾਬਤ ਹੋ ਜਾਂਦਾ। ਇਹ ਦੁਨਿਆਵੀ ਅਦਾਲਤਾਂ ਵਿੱਚ ਹੁੰਦਾ ਹੈ। ਦੋਸ਼ੀ ਨਿਰਦੋਸ਼ ਸਾਬਤ ਹੁੰਦਾ, ਅਤੇ ਜਿਹੜਾ ਨਿਰਦੋਸ਼ ਹੈ ਉਹ ਦੋਸ਼ੀ ਬਣ ਜਾਂਦਾ ਹੈ। ਇਹ ਦੁਨਿਆਵੀ ਅਦਾਲਤਾਂ ਵਿੱਚ ਹੁੰਦਾ ਹੈ। ਪਰ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਉੱਥੇ ਸਦੀਵੀ ਕਾਲੀ ਤੇਰਾ ਘਰ ਸਦਾ ਸਦਾ ਨਿਆਂ। ਸਦੀਵੀ ਕਾਲੀ ਸੱਚ ਦਾ ਨਿਆਂ ਹੁੰਦਾ ਹੈ, ਉੱਥੇ ਝੂਠ ਨਹੀਂ ਟਿਕ ਸਕਦਾ ਹੈ। ਇਸ ਕਰਕੇ ਇੱਥੇ ਪਾਤਸ਼ਾਹ ਜੀ ਇਹ ਵਚਨ ਕਰਦੇ ਹਨ, ਕਹਿੰਦੇ ਹੇ ਪਰਮਾਤਮਾ, ਜਿਹੜਾ ਤੇਰਾ ਸੱਚਾ ਪਰਮੇਸ਼ਰ ਰਹਿੰਦਾ ਕਿੱਥੇ ਹੈ, ਕਦੇ ਵੀ ਉਹਦੀ ਥਾਂ ਮੁੱਕਣ ਵਾਲੀ ਨਹੀਂ ਹੈ, ਉਹਨੂੰ ਕੋਈ ਮੇਟ ਨਹੀਂ ਸਕਦਾ ਹੈ। ਉਹਦਾ ਤਖਤ ਵੱਡਾ ਹੈ, ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨ ਜਾਪਨ ਕਰਤਬਾ, ਜੀਆ ਅੰਦਰ ਜੀਓ ਸਭ ਕੁਝ ਜਾਣਦਾ। ਉਹਦਾ ਤਖਤ ਵੱਡਾ, ਤੇਰਾ ਦਰਬਾਰ ਸੱਚਾ ਤੁਧ ਤਖਤ। ਵਾਹਿਗੁਰੂ ਦਾ ਤਖਤ ਵੱਡਾ, ਉਹਦਾ ਦਰਬਾਰ ਵੱਡਾ ਹੈ। ਉਸ ਮਾਲਕ ਦੇ ਦਰਬਾਰ ਦੇ ਅੱਗੇ ਬਾਕੀ ਸਾਰੇ ਦਰਬਾਰ ਫਿੱਕੇ ਪੈ ਜਾਂਦੇ ਨੇ।
ਇਸ ਕਰਕੇ ਉਹਦਾ ਥਾਂ ਵੀ ਸੱਚਾ ਹੈ। ਉਹ ਜਿਵੇਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਸਿਫਤ ਸਲਾਹ ਦੇ ਵਿੱਚ ਪਾਵਨ ਨਗਰੀ ਦੇ ਦੀ ਸਤਿਗੁਰੂ ਗੁਰਬਾਣੀ ਵਿੱਚ ਬਚਨ ਨੇ ਕਿ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤੈ ਤਾ ਤੂੰ ਸੋਹਿਆ। ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਦੇ ਬਾਬਤ ਗੁਰਬਾਣੀ ਵਿੱਚ ਇਹ ਬਚਨ ਨੇ, ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਸਾਰੀਆਂ ਥਾਵਾਂ ਮੈਂ ਧਰਤੀ ਉੱਤੇ ਭ੍ਰਮਣ ਕਰਕੇ ਦੇਖਣਾ ਕੀਤਾ, ਥਾਵਾਂ ਥਾਵਾਂ 'ਤੇ ਵਿਚਰਿਆ, ਪਰ ਜਦੋਂ ਮੈਂ ਤੁਹਾਡੀ ਥਾਂ 'ਤੇ ਰਾਮਦਾਸ ਨਗਰੀ ਵਿੱਚ ਆਇਆ, ਰਾਮਦਾਸ ਚੱਕ ਪਹੁੰਚਿਆ, ਅਤੇ ਇੱਥੇ ਆ ਕੇ ਫਿਰ ਦੇਖਿਆ ਕਿ ਇਸ ਨਗਰੀ ਜੈਸੀ ਕੋਈ ਹੋਰ ਥਾਂ ਨਹੀਂ ਹੈ, ਕਿਉਂਕਿ ਉੱਥੇ ਵੱਡਾ ਦਰਬਾਰ ਹੈ। ਉੱਥੇ ਵੱਡੇ ਕੀਆਂ ਵਡਿਆਈਆਂ ਕੁਛ ਕਹਿਣਾ ਨਾ ਜਾਏ, ਉਹ ਮਾਲਕ ਦਾ ਦਰਬਾਰ ਗੁਰੂ ਰਾਮਦਾਸ ਪਾਤਸ਼ਾਹ ਦਾ ਵੱਡਾ ਦਰਬਾਰ ਹੈ। ਅਤੇ ਉਹ ਦਰਬਾਰ ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਨੇ ਕਹਿੰਦੇ ਸਾਚਾ ਥਾਨ ਸਦਾ ਪ੍ਰਭ ਤੇਰਾ। ਹੇ ਪ੍ਰਭੂ ਜੀ, ਜਿਹੜਾ ਤੇਰਾ ਥਾਂ ਹੈ ਨਾ, ਉਹ ਸਦੀਵੀ ਕਾਰ ਹੀ ਰਹਿਣ ਵਾਲਾ ਹੈ, ਉਹਨੂੰ ਕੋਈ ਮਿਟ ਨਹੀਂ ਸਕਦਾ ਹੈ। ਸੱਚੀ ਕੁਦਰਤ, ਸੱਚੀ ਬਾਣੀ, ਸੱਚ ਸਾਹਿਬ ਸੁਖ ਕੀਜਾ ਹੈ। ਤੇਰੀ ਕੁਦਰਤ ਸੱਚੀ ਬਣਾਈ ਹੋਈ ਜਿਹੜੀ ਕੁਦਰਤ ਹੈ ਪਰਮਾਤਮਾ ਦੀ, ਤੇਰੀ ਕੁਦਰਤ ਸੱਚੀ, ਤੇਰੀ ਬਣਾਈ ਹੋਈ ਬਣਤਰ ਇਹ ਸੱਚੀ, ਤੇਰੀ ਬਾਣੀ ਸੱਚੀ, ਤੂੰ ਸੱਚਾ ਸਾਹਿਬ ਹੈ ਅਤੇ ਜੀਵਾਂ ਨੂੰ ਸੁੱਖ ਦੇਣ ਵਾਲਾ ਹੈ। ਸੁੱਖ ਵੀ ਤੂੰ ਆਪ ਹੀ ਦਿੰਦਾ ਹੈ। ਇਹ ਸਭ ਕੁਝ ਪਰਮਾਤਮਾ ਤੇਰੇ ਵੱਸ ਵਿੱਚ ਹੈ। ਜਿਵੇਂ ਆਪਾਂ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ, ਗੁਰਬਾਣੀ ਵਿੱਚ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਮਿਹਰਬਾਨ ਸਾਹਿਬ ਮਿਹਰਬਾਨ, ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲਹਿ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਬਦਗਾਰ, ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹੋ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹੋ, ਤੂੰ ਸਮਰੱਥ ਅਕਥ ਅਗੋਚਰ, ਜਿਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਨਾਨਕ ਦੀ ਮਾਲਕ ਜੀ ਤੇਰੇ ਚਰਨਾਂ 'ਚ ਅਰਦਾਸ ਹੈ। ਜਿਹੜੀ ਤੇਰੀ ਕੁਦਰਤ ਹੈ, ਤੇਰੀ ਬਣਾਈ ਹੋਈ ਕੁਦਰਤ ਤੂੰ ਹੀ ਜਾਣ ਸਕਦਾ ਹੈ। ਸਾਨੂੰ ਤਾਂ ਇੰਨਾ ਪਤਾ ਕਿ ਤੇਰੀ ਜਿਹੜੀ ਬਣਾਈ ਹੋਈ ਕੁਦਰਤ ਸੱਚੀ ਹੈ, ਤੇਰੀ ਬਾਣੀ ਸੱਚੀ ਹੈ, ਬਣਤਰ ਸੱਚੀ ਹੈ, ਤੂੰ ਸਾਰਿਆਂ ਦਾ ਸਾਹਿਬ ਮਾਲਕ ਹੈ, ਸਾਰੇ ਜੀਵਾਂ ਨੂੰ ਆਪ ਜੀ ਸੁੱਖ ਕੀਜਾ ਹੈ, ਸੁੱਖ ਦੇਣ ਵਾਲੇ ਹਨ। ਚਾਹੇ ਕੋਈ ਗਰੀਬ ਹੈ, ਚਾਹੇ ਅਮੀਰ ਹੈ, ਰਾਜਾ ਹੈ, ਭਿਖਾਰੀ ਹੈ, ਕੋਈ ਵੀ ਹਨ, 84 ਲੱਖ ਜੂਨਾਂ ਜਿੰਨੀਆਂ ਵੀ ਹਨ, ਹਰ ਇੱਕ ਪਰਮਾਤਮਾ ਤੂੰ ਸੁੱਖ ਦਿੰਦਾ ਹੈ। ਮੀਰੀ ਪੀਰੀ ਦੇ ਮਾਲਕ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅੱਜ ਗੁਰਤਾ ਗੱਦੀ ਦਿਵਸ ਦਿਹਾੜਾ ਹੈ। ਕਿਉਂਕਿ ਆਪ ਜੀ ਇਤਿਹਾਸ ਤੋਂ ਭਲੀ ਭਾਂਤ ਜਾਣੂ ਹੋ ਕਿ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਗ੍ਰਹਿ ਵਿਖੇ ਹੋਇਆ। ਜਗਤ ਮਾਤਾ ਮਾਤਾ ਗੰਗਾ ਜੀ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਤਿਕਾਰਯੋਗ ਪਿਤਾ ਜੀ ਹਨ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਗੁਰਗੱਦੀ ਉੱਤੇ ਵਿਰਾਜਮਾਨ ਹੋਏ, ਗੁਰੂ ਅਰਜਨ ਦੇਵ ਮਹਾਰਾਜ ਨੇ ਸਿੱਖੀ ਦੇ ਲਈ, ਸਿੱਖੀ ਦੇ ਪਸਾਰੇ ਦੇ ਲਈ ਬੜੇ ਕਾਰਜ ਕੀਤੇ। ਸਭ ਤੋਂ ਵੱਡਾ ਕਾਰਜ ਜਿਹੜਾ ਸੀ, ਜਦੋਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਪਾਵਨ ਸਰੋਵਰ ਦੀ ਤਿਆਰੀ ਕਰਵਾ ਰਹੇ ਸਨ ਅਤੇ ਸਤਿਗੁਰੂ ਜੀ 1581 ਵਿੱਚ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਸਤਿਗੁਰੂ ਜੋਤੀ ਜੋਤ ਸਮਾਏ। ਉਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਮਹਾਰਾਜ ਗੁਰਗੱਦੀ ਉੱਤੇ ਵਿਰਾਜਮਾਨ ਹੋਏ। ਪੰਜਵੇਂ ਪਾਤਸ਼ਾਹ
ਪਾਤਸ਼ਾਹ ਮਹਾਰਾਜ ਨੇ ਫਿਰ ਰਾਮਦਾਸ ਸਰੋਵਰ ਨੂੰ ਵੱਡਾ ਕੀਤਾ, ਉਹਦੀਆਂ ਜਿਹੜੀਆਂ ਪੌੜੀਆਂ ਪੱਕੀਆਂ ਕਰਾਣਾ ਕੀਤੀਆਂ, ਤੇ ਸਿੱਖੀ ਦਾ ਕੇਂਦਰ ਹਰਿਮੰਦਰ ਸਾਹਿਬ ਹਰੀ ਦਾ ਹਰਿਮੰਦਰ ਸਾਹਿਬ ਤਿਆਰ ਕੀਤਾ, ਜੋ ਸਾਡਾ ਜਿਹੜਾ ਅਸਲੀ ਕੇਂਦਰ ਜਿੱਥੋਂ ਸਾਰੇ ਸਿੱਖਿਆ ਲੈਂਦੇ ਆ। ਫਿਰ ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਨੇ ਬਾਣੀ ਇਕੱਤਰ ਕੀਤੀ ਕਥਾ, ਬਾਣੀ ਦੇ ਬਾਅਦ ਆਪ ਜੀ ਸਾਰੇ ਭਲੀ ਪਦ ਜਾਣੋ। ਜਦੋਂ ਸ਼ਰਾਰਤੀ ਅਨਸਰਾਂ ਨੇ ਆਪਣੀ ਕਵਿਤਾ ਰਚਣੀ ਤੇ ਥੱਲੇ ਗੁਰੂ ਨਾਨਕ ਸਾਹਿਬ ਮਹਾਰਾਜ ਨਾਮ ਪਾ ਦੇਣਾ, ਜਿਸ ਕਰਕੇ ਭੋਲੇ ਭਾਲੇ ਸਿੱਖ ਸੰਗਤਾਂ ਨੂੰ ਭੁਲੇਖਾ ਲੱਗ। ਇੱਕ ਦਿਨ ਦੀ ਗਾਥਾ ਕਹਿੰਦੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਿਰਾਜਮਾਨ ਹਨ। ਸਤਿਗੁਰਾਂ ਦੇ ਕੋਲ ਇੱਕ ਸਿੱਖ ਬਾਣੀ ਪੜ੍ਹ ਰਿਹਾ। ਜਦੋਂ ਬਾਣੀ ਪੜ੍ਹ ਰਿਹਾ ਤੇ ਸਿੱਖ ਨੇ ਬਾਣੀ ਦੇ 'ਚ ਕਵਿਤਾ ਪੜ੍ਹਨਾ ਕਿ ਥੱਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਨਾਮ ਆਇਆ, ਤੇ ਸਤਿਗੁਰੂ ਮਹਾਰਾਜ ਨੇ ਬਚਨ ਕੀਤੇ, ਕਹਿਣ ਲੱਗੇ ਸਿੱਖਾ ਇਹ ਬਾਣੀ ਨਹੀਂ, ਇਹ ਕਿਸੇ ਕਵੀ ਦੀ ਕਵਿਤਾ ਹੈ, ਇਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨਾਮ ਵਰਤਿਆ ਗਿਆ ਹੈ। ਉਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਹੋਰ ਨਿਕਟ ਵਰਤੀ ਸਿੱਖਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ। ਇਸ ਤਰ੍ਹਾਂ ਅੱਜ ਤਾਂ ਆਪ ਜੀ ਕੋਲ ਬੈਠੇ ਨੇ, ਆਪ ਜੀ ਦੇ ਸਾਹਮਣੇ ਸਿੱਖ ਬਾਣੀ ਪੜ੍ਹ ਰਿਹਾ ਸੀ, ਆਪ ਜੀ ਨੂੰ ਪਤਾ ਲੱਗ ਗਿਆ, ਤੇ ਬਹੁਤ ਸਾਰੇ ਸਿੱਖ ਜਿਹੜੇ ਆਪਣੇ ਘਰਾਂ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਬਿਲਕੁਲ ਵੀ ਗਿਆਨ ਨਹੀਂ ਹੈ, ਤੇ ਸਤਿਗੁਰੂ ਜੀ ਉਹ ਇਹਨਾਂ ਕਵੀਆਂ ਦੀ ਸ਼ਰਾਰਤੀ ਅਨਸਰਾਂ ਦੀ ਬਾਣੀ ਨੂੰ ਜਾਣ ਗੁਰੂ ਦੀ ਬਾਣੀ ਸਮਝ ਸਤਿਕਾਰ ਦੇਣਗੇ। ਇਸ ਤਰ੍ਹਾਂ ਬਾਣੀ ਵਿੱਚ ਰਲਗੱਡ ਹੋ ਜਾਵੇਗਾ। ਆਪ ਜੀ ਬਖਸ਼ਿਸ਼ ਕਰਕੇ ਇਹੋ ਜਿਹਾ ਤਰੀਕਾ ਵਰਤੋ ਤਾਂ ਕਿ ਜਿਹੜੀ ਬਾਣੀ ਇੱਕ ਥਾਂ 'ਤੇ ਇਕੱਤਰ ਹੋ ਜਾਵੇ। ਫਿਰ ਸਤਿਗੁਰੂ ਜੀ ਨੇ ਸਭ ਤੋਂ ਵੱਡਾ ਪਰਉਪਕਾਰ ਸਾਡੇ ਉੱਤੇ ਕੀਤਾ। ਸਤਿਗੁਰੂ ਜੀ ਨੇ ਸੰਨ 1604 ਈਸਵੀ ਨੂੰ ਰਾਮਸਰ ਸਾਹਿਬ, ਜੋ ਜਿੱਥੇ ਸਤਿਗੁਰੂ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਲਿਖਵਾਈ, ਜੋ ਸੰਨ 1604 ਵਿੱਚ ਤਿਆਰ ਹੋਈ, ਜਿਹਦਾ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ, ਜਿਹਦੇ ਭੱਟਾਂ ਦੀ ਬਾਣੀ, ਸਿੱਖਾਂ ਦੀ ਬਾਣੀ ਤੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਕਰਕੇ ਇੱਕ ਥਾਂ 'ਤੇ ਬਾਣੀ ਨੂੰ ਇਕੱਤਰ ਕੀਤਾ ਤੇ ਪੋਥੀ ਪਰਮੇਸ਼ਰ ਕੇ ਥਾਂ ਨਾਲ ਨਿਵਾਜਣਾ ਕੀਤਾ। ਜਦੋਂ ਸਤਿਗੁਰੂ ਨੇ ਬਾਣੀ ਦੀ ਅਖੰਡਤਾ ਨੂੰ ਮੁੱਖ ਰੱਖਦਿਆਂ ਹੋਇਆਂ ਜਦੋਂ ਇਹ ਸਤਿਗੁਰੂ ਬਾਣੀ ਰਚ ਰਹੇ ਸਨ, ਗ੍ਰੰਥ ਰਚਿਆ ਧਰਮ ਗ੍ਰੰਥ, ਤੇ ਉਦੋਂ ਹੀ ਬਹੁਤ ਸਾਰੇ ਜਿਹੜੇ ਲੋਕ ਸਨ ਜਿਹੜੇ ਗੁਰੂ ਘਰ ਨਾਲ ਹੀ ਚਾਂਜੀ ਮੁੱਖ ਸਨ। ਇੱਥੋਂ ਤੱਕ ਬੀਰਬਲ ਜੈਸੇ ਇਹ ਅਕਬਰ ਬਾਦਸ਼ਾਹ ਦੇ ਦਰਬਾਰ ਦਾ ਜਿਹੜਾ ਮੇਨ ਸੀ, ਇਹ ਬੀਰਬਲ ਜੈਸਿਆਂ ਨੇ ਵੀ ਬੜੀਆਂ ਕੋਝੀਆਂ ਸ਼ਰਾਰਤਾਂ ਕੀਤੀਆਂ ਗੁਰੂ ਪਾਤਸ਼ਾਹ ਨੂੰ ਖਤਮ ਕਰਨ। ਉਹ ਵੱਖਰੀ ਗੱਲ ਹੈ ਕਿ ਸਤਿਗੁਰਾਂ ਦੀ ਸ਼ਹਾਦਤ ਤੋਂ ਪਹਿਲਾਂ ਬੀਰਬਲ ਖਤਮ ਹੋ ਗਿਆ ਸੀ, ਪਰ ਅਸਲ ਵਿੱਚ ਇਹ ਵੀ ਇੱਕ ਮੁੱਖ ਕਾਰਨ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦਾ। ਖੁਸਰੋਦੀਨ ਇਸ ਤਰ੍ਹਾਂ ਗੁਰੂ ਸਵਾਰਿਓ ਜਿਹੜਾ ਅਹਿਮਦ ਸ਼ਾਹ ਸਰਹੰਦੀ, ਜਦੋਂ ਅਕਬਰ ਬਾਦਸ਼ਾਹ ਦੀ ਮੌਤ ਹੋਈ, ਅਕਬਰ ਬਾਦਸ਼ਾਹ ਦੀ ਮੌਤ ਤੋਂ ਬਾਅਦ ਜਿਹੜਾ ਇਹਦਾ ਪੁੱਤਰ ਸੀ ਸਲੀਮ, ਉਹਨੂੰ ਹਿੰਦੁਸਤਾਨ ਦੇ ਤਖਤ ਤੋਂ ਤਾਜ ਉੱਤੇ ਬਿਠਾਇਆ ਗਿਆ। ਨਾਮ ਇਹਦਾ ਸਲੀਮ ਸੀ। ਜਦੋਂ ਤਖਤ 'ਤੇ ਬੈਠਿਆ ਤੇ ਤਖਤ 'ਤੇ ਬੈਠਣ ਦੇ ਉਸੇ ਸਮੇਂ ਨੇ ਆਪਣਾ ਨਾਮ ਜਹਾਂਗੀਰ ਰੱਖਣਾ ਕੀਤਾ, ਸਾਰੇ ਜਹਾਨ ਨੂੰ ਜਿੱਤਣ ਵਾਲਾ। ਤੇ ਇਸ ਤਰ੍ਹਾਂ ਗੁਰੂ ਸਵਾਰਿਓ ਫਿਰ ਜਿਹੜਾ ਇਹ ਜਹਾਂਗੀਰ ਬਾਦਸ਼ਾਹ ਸੀ ਇਹ ਕੱਟੜ ਸੀ, ਕਿਉਂ ਅਹਿਮਦ ਸ਼ਾਹ ਸਰਹੰਦੀ ਨਾਲ ਵਾਅਦਾ ਕੀਤਾ ਹੋਇਆ ਸੀ। ਜਦੋਂ ਇਹ ਕਹਿਣ ਲੱਗਿਆ ਕਿ ਤੁਸੀਂ ਮੈਨੂੰ ਆਪਣਾ ਹਿੰਦੁਸਤਾਨ ਦਾ ਤਖਤ ਤਾਜ ਦਿਵਾਣਾ ਕਰੋ, ਤੇ ਅਹਿਮਦ ਸ਼ਾਹ ਸਰਹੰਦੀ, ਸ਼ੇਖ ਬੁਖਾਰੀ ਇਹ ਕਹਿਣ ਲੱਗੇ ਤੂੰ ਇਸਲਾਮ ਲਈ ਕੀ ਕਰੇਗਾ। ਕਹਿਣ ਲੱਗਿਆ ਕਿ ਇਸਲਾਮ ਲਈ ਮੈਂ ਸਭ ਕੁਝ ਕਰਨ ਲਈ ਤਿਆਰ। ਤੇ ਗੁਰੂ ਸਵਾਰਿਓ ਉਦੋਂ ਜਦੋਂ ਇਹ ਹਿੰਦੁਸਤਾਨ ਦੇ ਤਖਤ ਤੋਂ ਤਾਜ ਉੱਤੇ ਬੈਠੇ ਆ, ਉਸ ਸਮੇਂ ਜਿੰਨੇ ਵੀ ਇਹ ਸਨ ਸਾਰਿਆਂ ਨੇ ਆਪਣੀਆਂ ਜਿਹੜੀਆਂ ਸ਼ਰਾਰਤਾਂ ਸ਼ੁਰੂ ਕਰ ਦਿੱਤੀਆਂ ਸਤਿਗੁਰੂ ਮਹਾਰਾਜ ਨੂੰ ਖਤਮ ਕਰਨ ਦੇ ਲਈ, ਤਾਂ ਕਿ ਗੁਰੂ ਨਾਨਕ ਦਾ ਜਿਹੜਾ ਘਰ ਹੈ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਤਿਗੁਰਾਂ ਦੀ ਗੱਦੀ ਨੂੰ ਖਤਮ ਕੀਤਾ ਜਾਵੇ ਤੇ ਦੀਨੇ ਇਸਲਾਮ ਸਾਰੀਆਂ ਥਾਵਾਂ 'ਤੇ ਲਿਆਂਦਾ ਜਾਵੇ।
ਤੇ ਇਹ ਵੀ ਇੱਕ ਕਾਰਨ ਬਣਿਆ, ਵੱਡਾ ਕਾਰਨ। ਖੁਸਰੋ ਜਿਹੜਾ ਬਾਦਸ਼ਾਹ ਜਹਾਂਗੀਰ ਖੁਦ ਸੀ, ਅਹਿਮਦ ਸ਼ਾਹ ਸਰਹੰਦੀ, ਸ਼ੇਖ ਬੁਖਾਰੀ ਤੇ ਇਸੇ ਤਰ੍ਹਾਂ ਗੁਰੂ ਸਵਾਰੇ ਜਹਾਂਗੀਰ ਬਾਦਸ਼ਾਹ ਖੁਦ, ਤੇ ਜਿਹੜਾ ਚੰਦੂ ਨੂੰ ਆਪਾਂ ਮੇਨ ਪਾਤਰ ਮੰਨਦੇ ਹਾਂ ਕਿ ਚੰਦੂ ਨੇ ਸਾਰੇ ਸਤਿਗੁਰਾਂ ਨੂੰ ਅਸਹਿ ਤਸੀਹੇ ਦੇਣਾ ਕੀਤੇ ਨੇ, ਕਿਉਂਕਿ ਚੰਦੂ ਸਵਾਈ ਦੀ ਜਿਹੜੀ ਲੜਕੀ ਸੀ ਉਹਦਾ ਰਿਸ਼ਤਾ ਲੱਭਣ ਲਈ ਜਦੋਂ ਲਾਗੀ ਭੇਜਣਾ ਕੀਤੇ ਤੇ ਲਾਗੀ ਨੇ ਰਿਸ਼ਤਾ ਪੱਕਾ ਕੀਤਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ। ਜਦੋਂ ਪੱਕਾ ਹੋਇਆ ਤੇ ਉਸ ਸਮੇਂ ਜੋ ਚੰਦੂ ਨੂੰ ਜਾ ਖਬਰ ਸੁਣਾਈ, ਚੰਦੂ ਕਹਿਣ ਲੱਗਿਆ ਚਵਾਰੇ ਦੀ ਇੱਟ ਜਿਹੜੀ ਉਹ ਮੋਰੀ ਨਾਲ ਲਾ ਕੇ ਆਏ ਨੇ। ਆਪਣ ਇਸ ਤਰ੍ਹਾਂ ਹੰਕਾਰ ਕੀਤਾ ਸੀ ਤੇ ਦਿੱਲੀ ਦੀਆਂ ਸੰਗਤਾਂ ਨੇ ਸਤਿਗੁਰੂ ਨੂੰ ਪੱਤਰਕਾ ਲਿਖੀ, ਬੇਨਤੀ ਕੀਤੀ ਕਿ ਪਾਤਸ਼ਾਹ ਜੀ ਆਪ ਜੀ ਚੰਦੂ ਹੰਕਾਰੀ ਦਾ ਰਿਸ਼ਤਾ ਨਾ ਲੈਣਾ ਕਰੋ, ਕਿਉਂਕਿ ਇਹਨੇ ਗੁਰੂ ਘਰ ਨੂੰ ਮੋਰੀ ਦੱਸਣਾ ਕੀਤਾ ਤੇ ਆਪਣੇ ਆਪ ਨੂੰ ਚਵਾਰਾ ਦੱਸਣਾ ਕੀਤਾ ਹੈ। ਇੱਕ ਛੋਟਾ ਕਾਰਨ ਸੀ ਸਤਿਗੁਰਾਂ ਦੀ ਸ਼ਹਾਦਤ ਦਾ, ਕਿਉਂਕਿ ਇੱਕ ਜੇ ਆਪਾਂ ਦੁਨਿਆਵੀ ਤੌਰ 'ਤੇ ਦੇਖਣਾ ਕਰੀਏ ਨਾ, ਇੱਕ ਪਿਤਾ ਜਿਹਨੇ ਆਪਣੀ ਲੜਕੀ ਦਾ ਰਿਸ਼ਤਾ ਕੀਤਾ ਹੋਵੇ, ਕਿਸੇ ਕਾਰਨ ਕਰਕੇ ਉਹ ਰਿਸ਼ਤਾ ਟੁੱਟ ਜਾਵੇ ਤੇ ਦੁਨਿਆਵੀ ਤੌਰ 'ਤੇ ਉਹਨਾਂ ਵਿੱਚ ਖਟਾਸ਼ ਪੈਦਾ ਹੋ ਜਾਂਦੀ, ਦੁਸ਼ਮਣੀ ਪੈਦਾ ਹੋ ਜਾਂਦੀ ਹੈ। ਉਹ ਵੱਖਰੀ ਗੱਲ ਕਿ ਚੰਦੂ ਨੂੰ ਪਾਤਰ ਬਣਾਇਆ ਗਿਆ, ਪਰ ਅਸਲੀ ਜਿਹੜੇ ਕੋਝੀਆਂ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਸਨ ਉਹਨਾਂ ਵਿੱਚੋਂ ਜਹਾਂਗੀਰ ਬਾਦਸ਼ਾਹ ਖੁਦ ਸੀ ਤੇ ਅਹਿਮਦ ਸ਼ਾਹ ਸਰਹੰਦੀ, ਸ਼ੇਖ ਬੁਖਾਰੀ ਤੇ ਦੂਜਾ ਗੁਰੂ ਸਵਾਰੇ ਇਸੇ ਪ੍ਰਕਾਰ ਹੀ ਜਿਹੜੇ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਲੱਖ ਦਾਤਾ ਪੀਰ, ਜਿਹੜੇ ਸਖੀ ਸਰਬਰੀ ਇਹਨੂੰ ਆਖਿਆ ਜਾਂਦਾ ਹੈ, ਇਹ ਵੀ ਇੱਕ ਕਾਰਨ ਬਣੇ ਹਨ। ਇਹ ਕਾਰਨ ਕਿਉਂ ਬਣੇ? ਕਿਉਂਕਿ ਜਿਹੜਾ ਤਰਨ ਤਾਰਨ ਸਾਹਿਬ ਦੀ ਧਰਤੀ ਹੈ, ਤਰਨ ਤਾਰਨ ਸਾਹਿਬ ਦੀ ਧਰਤੀ ਤੇ ਇਹਨਾਂ ਦਾ ਬਹੁਤ ਵੱਡਾ ਗੜ੍ਹ ਸੀ। ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਸਮੇਂ ਤਰਨ ਤਾਰਨ ਸਾਹਿਬ ਵਿਖੇ ਜਿੱਥੇ ਪਾਵਨ ਅਸਥਾਨ ਬਣਾਇਆ, ਵੱਡਾ ਸਰੋਵਰ ਬਣਾ ਦਿੱਤਾ ਤੇ ਪਾਤਸ਼ਾਹ ਨੇ ਬਚਨ ਕੀਤੇ ਜਿਹੜਾ ਵੀ ਇੱਥੇ ਇਸ਼ਨਾਨ ਕਰੇਗਾ ਕੁਸ਼ਟੀਆਂ ਦੇ ਰੋਗ ਦੂਰ ਹੋਣਗੇ। ਗੁਰੂ ਨਾਨਕ ਦੇ ਸ਼ਬਦ ਦਾ ਪ੍ਰਕਾਸ਼ ਘਰ ਘਰ ਹੋਇਆ, ਜਿਸ ਕਰਕੇ ਇਹ ਸਖੀ ਸਰਬਰੀ ਵੀ ਗੁਰੂ ਸਵਾਰੇ ਸਤਿਗੁਰਾਂ ਦੀ ਸ਼ਹਾਦਤ ਦਾ ਕਾਰਨ ਬਣੇ ਨੇ। ਜਦੋਂ ਜਹਾਂਗੀਰ ਬਾਦਸ਼ਾਹ ਕੋਲ ਇਹ ਸ਼ਿਕਾਇਤਾਂ ਪਹੁੰਚੀਆਂ ਕਿ ਸਤਿਗੁਰਾਂ ਨੇ ਖੁਸਰੋ-ਦੀਨ ਨੂੰ ਸ਼ਰਨ ਦੇਣਾ ਕੀਤੀ, ਹਾਲਾਂਕਿ ਖੁਸਰੋ-ਦੀਨ ਸਤਿਗੁਰਾਂ ਦੇ ਕੋਲ ਨਹੀਂ ਆਇਆ ਤੇ ਸਤਿਗੁਰੂ ਮਹਾਰਾਜ ਦੇ ਇਸ ਤੁਹਮਤ ਲਾਈ ਗਈ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਉਸ ਸਮੇਂ ਲਾਹੌਰ ਸੱਦਿਆ ਗਿਆ। ਐਲ ਕਰ ਆਇਆ ਕਿ ਆਪ ਜੀ ਨੂੰ ਜਹਾਂਗੀਰ ਬਾਦਸ਼ਾਹ ਯਾਦ ਕਰਦਾ ਹੈ, ਆਪ ਜੀ ਜਹਾਂਗੀਰ ਦੇ ਦਰਬਾਰ ਵਿੱਚ ਪਹੁੰਚਣਾ ਕਰੋ। ਉਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰੇ ਕਾਰਜ ਸਤਿਗੁਰੂ ਕਰ ਚੁੱਕੇ ਸਨ। ਹਰਿਮੰਦਰ ਸਾਹਿਬ ਤਿਆਰ ਹੋ ਚੁੱਕਾ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪੀੜ ਤਿਆਰ ਹੋ ਚੁੱਕੀ ਸੀ ਤੇ ਸਤਿਗੁਰੂ ਮਹਾਰਾਜ ਨੇ ਉਸ ਸਮੇਂ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਪੀੜ ਤਿਆਰ ਹੋਈ ਸੀ, ਉੱਥੇ ਸਤਿਗੁਰੂ ਜੀ ਨੇ ਆਪਣੇ ਸਾਹਿਬਜ਼ਾਦੇ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਯੋਗ ਜਾਣ ਕੇ ਸਤਿਗੁਰੂ ਨੇ ਮਨ 'ਚ ਵਿਚਾਰ ਕੀਤੀ। ਪਤਾ ਸੀ ਕਿ ਹੁਣ ਅਸੀਂ ਸ਼ਹਾਦਤ ਦਾ ਜਾਮ ਪੀਣਾ ਹੈ। ਸਨ 1606 ਦੀ ਇਹ ਘਟਨਾ ਹੈ। ਕਹਿੰਦੇ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਾਬਾ ਬੁੱਢਾ ਸਾਹਿਬ, ਭਾਈ ਸਾਹਿਬ, ਭਾਈ ਗੁਰਦਾਸ ਜੀ ਕੋਲ ਬੈਠੇ ਨੇ, ਸਲਾਹ ਮਸ਼ਵਰਾ ਕਰਦੇ ਨੇ। ਕਹਿਣ ਲੱਗੇ, ਬਾਬਾ ਜੀ ਇਹ ਦੱਸੋ, ਜਿਹੜਾ ਸਾਡਾ ਸਾਹਿਬਜ਼ਾਦਾ ਸ਼੍ਰੀ ਹਰਗੋਬਿੰਦ ਸਾਹਿਬ ਜੀ ਹਨ, ਇਹ ਗੁਰੂ ਨਾਨਕ ਦੀ ਗੱਦੀ ਦੇ ਲਾਇਕ ਹਨ ਜਾਂ ਨਹੀਂ ਲਾਇਕ ਹਨ? ਆਪ ਜੀ ਕਿਰਪਾ ਕਰਕੇ ਦੱਸੋ। ਕਿਉਂਕਿ ਜਿੰਨੇ ਵੀ ਗੁਰੂ ਘਰ ਦੇ ਮਸਲੇ ਹੁੰਦੇ ਸਨ ਉਹਦਾ ਸਲਾਹ ਮਸ਼ਵਰਾ ਸਤਿਗੁਰੂ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਨਾਲ ਕਰਦੇ ਸਨ। ਬਾਬਾ ਬੁੱਢਾ ਸਾਹਿਬ ਜੀ ਜਿਹੜੇ ਬੜੇ ਸਤਿਕਾਰਯੋਗ, ਜਿਨ੍ਹਾਂ ਦੇ ਉੱਤੇ ਗੁਰੂ ਨਾਨਕ ਦੀ ਬਖਸ਼ਿਸ਼, ਗੁਰੂ ਅੰਗਦ ਦੇਵ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣੇ ਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ, ਜਿੱਥੋਂ ਤੱਕ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਨਾ ਸਤਿਗੁਰੂ ਜੀ ਨੇ ਹਰਿਮੰਦਰ ਸਾਹਿਬ ਵਿਖੇ, ਉਦੋਂ ਸਤਿਗੁਰੂ ਜੀ ਨੇ ਜਦੋਂ ਜਿਲਦ ਬੰਨ੍ਹ ਕੇ ਆ ਗਈ, ਭਾਈ ਬੰਨੋ ਜੀ ਲੈ ਕੇ ਆਏ ਨੇ ਤੇ ਸਤਿਗੁਰੂ ਮਹਾਰਾਜ ਉਸ ਸਮੇਂ ਰਾਮਸਰ ਵਾਲੇ ਸਥਾਨ 'ਤੇ ਵਿਰਾਜਮਾਨ ਨੇ। ਸਾਰੀ ਰਾਤ ਬਾਅਦ ਸੁੱਤੇ ਨੇ, ਇਹ ਵਿਚਾਰਾਂ ਕਰ ਰਹੇ ਨੇ ਕਿ ਇਸ ਗ੍ਰੰਥ ਦੀ ਟਹਿਲ ਸੇਵਾ ਲਈ ਕਿਹਨੂੰ ਲਾਇਆ ਜਾਵੇ। ਕੱਲੇ ਕੱਲੇ ਸਿੱਖ ਵੱਲ ਨਿਗਾਹ ਗਈ
ਭਾਈ ਸਾਹਿਬ ਭਾਈ ਗੁਰਦਾਸ ਜੀ ਵੱਲ ਫਿਰ ਨਿਗਾਹ ਟਿਕੀ ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਉੱਤੇ ਕਿ ਬਾਬਾ ਬੁੱਢਾ ਸਾਹਿਬ ਜੀ ਤੋਂ ਵੱਡਾ ਕੋਈ ਸਿੱਖ ਨਹੀਂ ਹੋ ਸਕਦਾ। ਇਹੀ ਬਾਬਾ ਬੁੱਢਾ ਸਾਹਿਬ ਜੀ ਹਨ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਵਾਰਾਂ ਨੂੰ ਬੜੇ ਨਿਕਟ ਵਰਤੀ ਹੋ ਕੇ ਦੇਖਣਾ ਕੀਤਾ ਹੈ। ਗੁਰੂ ਨਾਨਕ ਪਾਤਸ਼ਾਹ ਦੀ ਹਜ਼ੂਰੀ ਵਿੱਚ ਰਹੇ ਨੇ, ਹੁਣ ਤਾਂ ਗੁਰੂ ਘਰ ਦੀ ਸੇਵਾ ਅਣਥੱਕ ਸੇਵਾ ਕਰਦੇ ਨੇ। ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰੂ ਜੀ ਨੇ ਫਿਰ ਇਹ ਸੇਵਾ ਬਖਸ਼ਿਸ਼ ਕੀਤੀ ਸੀ। ਜਦੋਂ ਹਰਿਮੰਦਰ ਸਾਹਿਬ ਵਿਖੇ ਰਾਮਸਰ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਲੈ ਕੇ ਬਾਬਾ ਬੁੱਢਾ ਸਿੰਘ ਨੇ ਆਪਣੇ ਸੀਸ ਉੱਤੇ ਲੈਣਾ ਕੀਤਾ। ਸਤਿਗੁਰੂ ਜੀ ਚੌਰ ਕਰ ਰਹੇ ਹਨ ਤੇ ਉਸ ਸਮੇਂ ਪਾਤਸ਼ਾਹ ਨੇ ਇਹ ਬਚਨ ਕੀਤੇ। ਜਦੋਂ ਹਰਿਮੰਦਰ ਸਾਹਿਬ ਪਹੁੰਚੇ, ਰਾਗੀ ਸਿੰਘ ਕੀਰਤਨ ਕਰ ਰਹੇ ਸਨ, ਪੌੜੀ ਪੜ੍ਹੀ ਗਈ ਤੇ ਪਾਤਸ਼ਾਹ ਜੀ ਨੇ ਉਹ ਪਲੰਘ ਰੱਖਿਆ ਗਿਆ, ਪੀੜਾ ਰੱਖੀ ਜਿਸ ਉੱਤੇ ਸਤਿਗੁਰੂ ਜੀ ਵਿਰਾਜਮਾਨ ਸਨ। ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕੀਤੇ ਕਿ ਬੁੱਢਾ ਸਾਹਿਬ ਖੋਲ੍ਹੋ ਗ੍ਰੰਥ, ਲੈ ਆਵਾਜ਼ ਸੁਣਹਿ ਸਭ ਪੰਥ, ਅਦਬ ਸਹਿਤ ਗ੍ਰੰਥ ਅਬ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ। ਸ਼ਬਦ ਕਿਹੜਾ ਆਇਆ ਸਭ ਤੋਂ ਪਹਿਲਾ? ਹੁਕਮਨਾਮਾ ਸਾਹਿਬ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ RAM, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ RAM। ਤੇ ਸਤਿਗੁਰੂ ਜੀ ਨੇ ਐਡੀ ਵੱਡੀ ਇਹ ਬਖਸ਼ਿਸ਼ ਕੀਤੀ ਸੀ। ਬਾਣੀ ਦਾ ਪ੍ਰਕਾਸ਼ ਹੋ ਚੁੱਕਾ ਸੀ। ਜਿਹੜਾ ਸਾਡਾ ਧਰਮ ਕੇਂਦਰੀ ਸਥਾਨ ਹਰਿਮੰਦਰ ਸਾਹਿਬ, ਉਹ ਸਿੱਖੀ ਦਾ ਅਸਥਾਨ, ਜਿੱਥੋਂ ਸਿੱਖੀ ਦੀਆਂ ਜਿਹੜੀਆਂ ਜੜ੍ਹਾਂ ਨੇ ਸਾਰੀਆਂ ਥਾਵਾਂ 'ਤੇ ਫੈਲੀਆਂ ਨੇ, ਉੱਥੋਂ ਸਤਿਗੁਰੂ ਮਹਾਰਾਜ ਨੇ ਇਹ ਸਾਡੇ ਉੱਤੇ ਵੱਡੀ ਬਖਸ਼ਿਸ਼ ਕਰ ਦਿੱਤੀ ਸੀ। ਹੁਣ ਸਤਿਗੁਰੂ ਇਹ ਵਿਚਾਰ ਕਰਦੇ ਸਨ, ਬਾਬਾ ਬੁੱਢਾ ਸਿੰਘ ਨੇ ਵਿਚਾਰ ਕੀਤੀ ਕਿ ਦੱਸੋ ਬਾਬਾ ਜੀ, ਇਹ ਸਾਡੇ ਸਾਹਿਬਜ਼ਾਦੇ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਇਹ ਗੁਰਤਾ ਗੱਦੀ ਦੇ ਲਾਇਕ ਹਨ ਕਿ ਨਹੀਂ ਹਨ? ਤੇ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜੇ, ਕਹਿਣ ਲੱਗੇ ਕਿ ਪਾਤਸ਼ਾਹ ਜੀ, ਆਪ ਜੀ ਅੰਤਰਜਾਮੀ ਸਭ ਕੁਝ ਜਾਣਦੇ, ਫਿਰ ਵੀ ਜੇ ਮੇਰੇ ਪਾਸੋਂ ਪੁੱਛਦੇ ਹੋ ਤੇ ਸਾਹਿਬਜ਼ਾਦਾ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਰਬ ਗੁਣ ਸੰਪੰਨ ਹਨ, ਗੁਰਤਾ ਗੱਦੀ ਦੇ ਯੋਗ ਹਨ। ਤੇ ਕਹਿੰਦੇ ਨੇ ਉਸ ਸਮੇਂ ਸਤਿਗੁਰੂ ਮਹਾਰਾਜ ਨੇ ਲਾਹੌਰ ਜਾਣ ਤੋਂ ਪਹਿਲਾਂ ਆਪਣੇ ਸਾਹਿਬਜ਼ਾਦਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੀ ਬਖਸ਼ ਸਤਿਗੁਰੂ ਕਰ ਚੁੱਕੇ ਸਨ। ਉਹ ਵੱਖਰੀ ਗੱਲ ਹੈ ਕਿ ਸਤਿਗੁਰਾਂ ਦੀ ਸ਼ਹੀਦੀ ਤੋਂ ਬਾਅਦ ਜੋ ਰਸਮ ਸੀ, ਰਸਮ ਬਾਅਦ 'ਚ ਨਿਭਾਈ, ਜੋ ਗੁਰਤਾ ਗੱਦੀ ਤਿਲਕ ਲਾਣਾ, 5 ਪੈਸੇ ਨਾਰੀਅਲ ਰੱਖ ਕੇ ਜੋ ਮੱਥਾ ਟੇਕਣਾ, ਇਹ ਸਾਰੀ ਸਮੱਗਰੀ ਤਿਆਰ ਕੀਤੀ ਹੋਈ ਸੀ। ਗੁਰਿਆਈ ਜਿਹੜੀ ਹੈ ਸਤਿਗੁਰੂ ਪਹਿਲਾਂ ਐਲਾਨ ਕਰ ਚੁੱਕੇ ਸਨ। ਗੁਰਤਾ ਗੱਦੀ ਦੀ ਸਤਿਗੁਰੂ ਨੇ ਬਖਸ਼ਿਸ਼ ਕੀਤੀ ਤੇ ਬਚਨ ਕੀਤੇ ਕਿ ਅਸੀਂ ਹੁਣ ਲਾਹੌਰ ਜਾਵਾਂਗੇ, ਅਸੀਂ ਵਾਪਸ ਨਹੀਂ ਮੁੜ ਕੇ ਆਉਣਾ। ਸਾਡਾ ਸਰੀਰ ਉੱਥੇ ਹੀ, ਅਸੀਂ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗਾਂਗੇ। ਤੇ ਜਿਹੜੀ ਸਾਡੇ ਵਿੱਚ ਗੁਰੂ ਨਾਨਕ ਦੀ ਜੋਤ ਵਰਤ ਰਹੀ ਸੀ, ਉਹ ਜੋਤ ਹੁਣ ਸਾਡੇ ਸਾਹਿਬਜ਼ਾਦੇ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਦੇ ਵਿੱਚ ਵਿਰਾਜਮਾਨ ਹੋਵੇਗੀ। ਤੇ ਗੁਰੂ ਸਵਾਰਿਓ, ਇੰਜ ਸਤਿਗੁਰੂ ਮਹਾਰਾਜ ਨੇ ਇਹ ਬਚਨ ਕੀਤੇ। ਜਦੋਂ ਸਤਿਗੁਰੂ ਮਹਾਰਾਜ ਤੁਰਨ ਲੱਗੇ ਨੇ ਤੇ ਮਾਤਾ ਗੰਗਾ ਜੀ, ਹੋਰ ਜਿੰਨੇ ਵੀ ਨਿਕਟ ਵਰਤੀ ਸਿੱਖ ਸਨ, ਸਾਰੇ ਪਰਿਵਾਰ ਨਾਲ ਸਤਿਗੁਰੂ ਮਿਲੇ ਨੇ। ਤੇ ਉਸ ਸਮੇਂ ਸਾਰਿਆਂ ਨੂੰ ਦਿਲਾਸਾ ਦੇਣਾ ਕੀਤਾ ਕਿ ਦੇਖੋ, ਅਸੀਂ ਹੁਣ ਸ਼ਹੀਦ ਹੋਣਾ ਹੈ, ਅਸੀਂ ਇਹੋ ਜਿਹਾ ਕਾਰਨਾਮਾ ਕਰਨਾ ਹੈ, ਰਹਿੰਦੀ ਦੁਨੀਆ ਤੱਕ ਦੁਨੀਆ ਦੇ ਲੋਕ ਸਾਨੂੰ ਯਾਦ ਕਰਨਗੇ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਇਹ ਪੰਜ ਭੂਤਕ ਸਰੀਰ ਨੂੰ ਅਸੀਂ ਅਸਹਿਤ ਸੀਏ ਝੱਲ ਕੇ ਸ਼ਹੀਦੀ ਦਾ ਜਾਮ ਪੀਣਾ ਹੈ, ਪਰ ਸਾਡੇ ਜਾਣ ਤੋਂ ਬਾਅਦ, ਸ਼ਹੀਦ ਹੋਣ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ, ਕਿਸੇ ਨੇ ਕੁਰਲਾਣਾ ਨਹੀਂ ਹੈ। ਸਤਿਗੁਰਾਂ ਦੀ ਬਾਣੀ ਪੜ੍ਹਨੀ ਹੈ, ਸਤਿਗੁਰਾਂ ਦੀ ਬਾਣੀ ਪੜ੍ਹਨੀ ਹੈ, ਕੀਰਤਨ ਕਰਨਾ ਹੈ। ਜੋ ਮਰਜ਼ਾਦਾ ਚੱਲੀ ਆ ਰਹੀ ਪਹਿਲਾਂ ਤੋਂ ਗੁਰੂ ਘਰ ਵਿਖੇ, ਸਰੀਰ ਇਹ ਫਾਨੀ ਹੈ, ਅੱਜ ਨਹੀਂ ਤਾਂ ਕੱਲ੍ਹ ਖਤਮ ਹੋਣਾ ਹੀ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਇਸ ਤਰ੍ਹਾਂ ਉਪਦੇਸ਼ ਦੇਣਾ ਕੀਤਾ। ਨਾਲ ਹੀ 6ਵੇਂ ਪਾਤਸ਼ਾਹ ਮਹਾਰਾਜ ਨੂੰ ਆਪਣੇ ਕੋਲ ਸੱਦਿਆ। 11 ਸਾਲ ਦੀ ਉਮਰ ਸੀ ਪਾਤਸ਼ਾਹ ਦੀ, 6ਵੇਂ ਪਾਤਸ਼ਾਹ ਦੀ 11 ਸਾਲ ਦੀ ਉਮਰ, ਕਿਉਂਕਿ 1595 ਵਿੱਚ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ
ਤੇ 1606 ਦੇ ਵਿੱਚ ਸਤਿਗੁਰਾਂ ਨੂੰ ਗੁਰਿਆਈ ਪ੍ਰਾਪਤ ਹੁੰਦੀ ਹੈ। ਤੇ 11 ਸਾਲ ਦੀ ਆਜੂ ਹੈ ਤੇ ਪਾਤਸ਼ਾਹ ਨੇ ਕੋਲ ਸੱਦਿਆ, ਕਹਿ ਸਾਰੀ ਗੱਲਬਾਤ ਸਮਝਾਈ ਕਿ ਦੇਖੋ, ਇੱਕ ਤਾਂ ਤੁਸੀਂ ਅੱਜ ਤੋਂ ਬਾਅਦ ਸੇਲੀ ਟੋਪੀ ਨਹੀਂ ਲੈਣੀ ਹੈ। ਸੇਲੀ ਟੋਪੀ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰੂ ਅੰਗਦ ਦੇ ਮਨ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਨਾ, ਜਿੱਥੇ ਗੁਰਬਾਣੀ ਦੀ ਪੋਥੀ ਦੇਣਾ ਕੀਤੀ ਸੀ, ਉੱਥੇ ਨਾਲ ਹੀ ਸੇਲੀ ਟੋਪੀ ਜੋ ਉੱਨ ਦੀ ਬਣੀ ਹੁੰਦੀ ਸੀ, ਉਹ ਸੇਲੀ ਟੋਪੀ ਦੀ ਸਤਿਗੁਰੂ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ। ਤੇ ਉਹੀ ਸੇਲੀ ਟੋਪੀ ਫਿਰ ਅੱਗੇ ਪਹਿਨਦੇ ਆਏ ਗੁਰੂ ਅਰਜਨ ਦੇਵ ਮਹਾਰਾਜ ਤੱਕ। ਤੇ ਸਤਿਗੁਰੂ ਕਹਿਣ ਲੱਗੇ ਕਿ ਅੱਜ ਹੁਣ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਬਣਨਾ ਹੈ। ਗੱਦੀ ਉੱਤੇ ਬੈਠਣ ਵੇਲੇ ਤੁਸਾਂ ਨੇ ਸਭ ਤੋਂ ਪਹਿਲਾਂ ਆਪਣੇ ਸੀਸ ਉੱਤੇ ਦਸਤਾਰ ਸਜਾਉਣੀ ਹੈ। ਦਸਤਾਰ ਸਜਾਣੀ ਹੈ। ਤੇ ਦੂਜਾ ਸਤਿਗੁਰ ਨੇ ਬਚਨ ਕੀਤਾ, ਕਹਿਣ ਲੱਗੇ 2 ਤਲਵਾਰਾਂ ਪਹਿਨਣੀਆਂ, ਮੀਰੀ ਤੇ ਪੀਰੀ ਦੀ, ਭਗਤੀ ਤੇ ਸ਼ਕਤੀ ਦੀਆਂ। ਅਸਲ ਵਿੱਚ ਸਤਿਗੁਰੂ ਕਹਿਣ ਲੱਗੇ ਨਾਲ ਫੌਜਾਂ ਜਿਹੜੀਆਂ ਨੇ ਇਹ ਭਰਤੀ ਕਰਨੀਆਂ ਹਨ, ਸੂਰਮਿਆਂ ਦੀ ਭਰਤੀ ਕਰਨੀ ਆ। ਆਉਣ ਵਾਲਾ ਜਿਹੜਾ ਸਮਾਂ ਹੈ ਜੰਗਾਂ ਯੁੱਧਾਂ ਵਾਲਾ ਸਮਾਂ ਹੋਵੇਗਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਨਗੇ। ਜਿੰਨੇ ਵੀ ਤੁਸੀਂ ਜੰਗ ਜਿੱਤੋਗੇ, ਲੱਗਣਗੇ ਹਰ ਇੱਕ ਜੰਗ ਯੁੱਧ ਤੁਹਾਨੂੰ ਫਤਿਹ ਪ੍ਰਾਪਤ ਹੋਵੇਗੀ। ਇਹ ਗੁਰੂ ਅਰਜਨ ਦੇਵ ਮਹਾਰਾਜ ਵਰ ਦੇ ਗਏ। ਫਿਰ ਗੁਰੂ ਸਵਰ ਤੀਸਰਾ ਬਚਨ ਕੀਤਾ ਸਤਿਗੁਰੂ ਮਹਾਰਾਜ ਨੇ, ਕਹਿੰਦੇ ਨੇ ਫਿਰ ਇੱਕ ਅਕਾਲ ਤਖਤ ਦੀ ਸਿਰਜਣਾ ਕਰਨੀ ਹੈ, ਜਿਹਨੂੰ ਅਕਾਲ ਬੁੰਗੇ ਦੇ ਨਾਮ ਨਾਲ ਜਾਣਦਾ ਹੈ। ਜਿਹੜਾ ਦਿਨ ਚੱਲ ਰਿਹਾ ਹੈ, ਦੇਖੋ ਅੱਜ 2 ਜੂਨ ਹੈ, 1 ਜੂਨ ਤੋਂ ਲੈ ਕੇ 6 ਜੂਨ ਤੱਕ ਸ਼੍ਰੀ ਅਕਾਲ ਤਖਤ ਹਮਲੇ ਹੋਏ ਤੇ ਢਹਿ ਢੇਰੀ ਸ਼੍ਰੀ ਅਕਾਲ ਤਖਤ ਨੂੰ ਕੀਤਾ ਗਿਆ ਜ਼ਾਲਮਾਂ ਨੇ। ਤੇ ਬਹੁਤ ਸਾਰੇ ਸਿੰਘ ਸ਼ਹੀਦ ਹੋ, ਜਿੱਥੇ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਣਾ ਕੀਤਾ, ਉੱਥੇ ਬਹੁਤ ਸਾਰੇ ਨਿਰਦੋਸ਼ ਜਿਹੜੇ ਸਨ, ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਸੀ, ਜਿਹੜੇ ਸ਼ਰਧਾ ਭਾਵਨਾ ਰੱਖ ਕੇ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਹਰਿਮੰਦਰ ਸਾਹਿਬ ਪਹੁੰਚੇ ਹੋਏ ਸਨ। ਉਹਨਾਂ ਵਿੱਚ ਬੱਚੇ ਕੀ ਸੀ, ਬਜ਼ੁਰਗ ਕੀ ਸੀ, ਨੌਜਵਾਨ ਕੀ ਸੀ, ਉਹਨਾਂ ਦਾ ਵੀ ਗੁਰੂ ਸੇ ਖਾਤਮੇ ਨਾਲ ਜ਼ਾਲਮ ਸਰਕਾਰਾਂ ਨੇ ਕੀਤਾ ਹੈ। ਸੋ ਸਤਿਗੁਰੂ ਜੀ ਕਹਿਣ ਲੱਗੇ ਕਿ ਇੱਕ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਨੀ ਹੈ। ਕਿਸੇ ਨੂੰ ਕਿਸੇ ਅਹਿਲਕਾਰ ਕੋਲ ਜਾਣ ਦੀ ਲੋੜ ਨਹੀਂ ਹੈ। ਜਿਹੜਾ ਫੈਸਲਾ ਕਰਨਾ ਤੁਸੀਂ ਇੱਥੇ ਲੋਕਾਂ ਦੇ ਝਗੜੇ ਨਿਬੇੜਨੇ ਨੇ, ਤਾਂ ਕਿ ਜਿਹੜਾ ਵੀ ਗੁਰੂ ਨਾਨਕ ਦੇ ਘਰ ਚੱਲ ਕੇ ਆਵੇ ਉਹਦੀਆਂ ਸਾਰੀਆਂ ਮੁਰਾਦਾਂ, ਸਾਰੀਆਂ ਲੋੜਾਂ ਪੂਰੀਆਂ ਹੋ ਜਾਣ। ਤੇ ਗੁਰੂ ਸਵਾਰਿਓ, ਇੰਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਬਚਨ ਕੀਤੇ। ਆਪ ਸਤਿਗੁਰੂ ਮਹਾਰਾਜ ਜੀ ਫਿਰ ਲਾਹੌਰ ਦੀ ਧਰਤੀ 'ਤੇ ਪਹੁੰਚੇ। ਉੱਥੇ ਜਾ ਕੇ ਅਸਹਿ ਤਸੀਹੇ ਝੱਲ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਹਾਦਤ ਦਾ ਜਾਮ ਪੀਤਾ, ਸ਼ਹੀਦਾਂ ਦੇ ਸਰਤਾਜ ਬਣੇ ਨੇ। ਇੱਧਰ 6ਵੇਂ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋਏ। ਬਾਬਾ ਬੁੱਢਾ ਸਾਹਿਬ ਜੀ ਨੇ 5 ਪੈਸੇ ਨਾਰੀਅਲ ਰੱਖ ਕੇ ਗੁਰਤਾ ਗੱਦੀ ਦਾ ਜੋ ਤਿਲਕ ਸੀ, ਗੁਰਿਆਈ ਦਾ ਤਿਲਕ ਲਾਣਾ ਕੀਤਾ। ਜਦੋਂ ਸੇਲੀ ਟੋਪੀ ਬਾਬਾ ਬੁੱਢਾ ਸਾਹਿਬ ਜੀ ਭੇਟਾ ਕਰਨ ਲੱਗੇ ਤੇ ਸਤਿਗੁਰੂ ਕਹਿਣ ਲੱਗੇ, ਨਹੀਂ ਬਾਬਾ ਜੀ, ਸਾਡੇ ਪਿਤਾ ਗੁਰੂ ਦੇ ਬਚਨ ਨੇ, ਅਸੀਂ ਦਸਤਾਰ ਸਜਾਣੀ ਆਪਣੇ ਸੀਸ ਉੱਤੇ, ਸਾਡੇ ਲਈ ਦਸਤਾਰ ਲੈ ਕੇ ਆਵੋ। ਜਿੱਥੇ ਅਸੀਂ ਦਸਤਾਰ ਸਜਾਵਾਂਗੇ ਉੱਥੇ ਨਾਲ ਸਾਡੇ ਸਿੱਖ ਵੀ ਦਸਤਾਰ ਸਜਾਇਆ ਕਰਨਗੇ। ਕਿਉਂਕਿ ਉਸ ਸਮੇਂ ਦੇ ਬਾਦਸ਼ਾਹ ਦਾ ਹੁਕਮ ਸੀ ਕਿ ਕੋਈ ਗੈਰ ਮੁਸਲਮਾਨ ਘੋੜੇ 'ਤੇ ਸਵਾਰ ਨਹੀਂ ਹੋ ਸਕਦਾ। ਗੈਰ ਮੁਸਲਮਾਨ ਜਿਹੜਾ ਹੈ ਉਹ ਆਪਣੇ ਸੀਸ 'ਤੇ ਦਸਤਾਰ ਨਹੀਂ ਸਜਾ ਸਕਦਾ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਜਿੱਥੇ ਮੈਂ ਦਸਤਾਰ ਸਜਾਵਾਂਗਾ, ਮੈਂ ਘੋੜੇ ਉੱਤੇ ਸਵਾਰ ਹੋਵਾਂਗਾ, ਉੱਥੇ ਮੇਰੇ ਸਿੱਖ ਵੀ ਘੋੜਿਆਂ ਉੱਤੇ ਸਵਾਰ ਹੋਣਗੇ, ਮੇਰੇ ਸਿੱਖ ਵੀ ਸੀਸ ਉੱਤੇ ਦਸਤਾਰ ਸਜਾਣਗੇ। ਫਿਰ ਗੁਰੂ ਸਵਾਰਿਓ, ਸਤਿਗੁਰੂ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਨੇ ਕਹਿੰਦੇ ਬਸ ਉਸ ਸਮੇਂ ਦਸਤਾਰ ਭੇਟਾ ਕੀਤੀ, ਦਸਤਾਰ ਸਜਾਈ ਪਾਤਸ਼ਾਹ ਜੀ ਨੇ। ਫਿਰ ਉਸ ਸਮੇਂ ਸਤਿਗੁਰੂ ਦੇ ਜੋ ਸ਼੍ਰੀ ਸਾਹਿਬਾਂ 2 ਤਲਵਾਰਾਂ, ਇੱਕ ਮੀਰੀ ਦੀ ਇੱਕ ਪੀਰੀ ਦੀ ਪਹਿਨਣਾ ਕੀਤੀ। ਫਿਰ ਸਮੇਂ ਅਨੁਸਾਰ ਸਤਿਗੁਰੂ ਨੇ ਅਕਾਲ ਤਖਤ ਸਿਰਜਣਾ ਕੀਤੀ। ਜਦੋਂ ਸਤਿਗੁਰੂ ਜੀ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋਏ ਤੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਨੇ। ਇੱਕ ਤਾਂ ਨਵੇਂ ਗੁਰੂ ਬਣੇ ਨੇ,
ਦੂਜਾ ਕਾਰਨ ਇਹ ਸੀ ਕਿ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ। ਸੰਗਤਾਂ ਸਤਿਗੁਰਾਂ ਨਾਲ ਅਫਸੋਸ ਕਰਨ ਵਾਸਤੇ ਵੀ ਆਉਂਦੀਆਂ ਸਨ। ਇਹ ਗੁਰੂ ਪਾਤਸ਼ਾਹ ਜੀ ਪਿਤਾ ਗੁਰੂ ਜੀ ਇਹਨਾਂ ਦੇ ਜਿਹਨਾਂ ਨੂੰ ਸ਼ਹੀਦ ਕੀਤਾ ਗਿਆ, ਆਪਾਂ ਸਤਿਗੁਰ ਦੁੱਖ ਦੀ ਘੜੀ ਵਿੱਚ ਸਤਿਗੁਰਾਂ ਕੋਲ ਜਾਈਏ ਅਤੇ ਤਾਂ ਕਿ ਪੰਜਵੇਂ ਪਾਤਸ਼ਾਹ ਦੇ ਜੀਵਨ ਸੰਬੰਧੀ ਆਪਾਂ ਵਿਚਾਰਾਂ ਕਰ ਸਕੀਏ। ਇਸ ਤਰ੍ਹਾਂ ਦੁੱਖ ਦੀ ਘੜੀ ਵਿੱਚ ਇਹ ਸਾਰੀਆਂ ਸੰਗਤਾਂ ਦੇਸ਼ਾਂ ਵਿੱਚ ਚੱਲ ਕੇ ਆ ਰਹੀਆਂ ਨੇ। ਬਹੁਤ ਭਾਰੀ ਇਕੱਠ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਜਦੋਂ ਸਤਿਗੁਰ ਦੀਵਾਨ ਸਜਦੇ ਨੇ, ਸਜੇ ਹੋਏ ਦੀਵਾਨਾਂ ਵਿੱਚ ਸਤਿਗੁਰਾਂ ਦੇ ਸੀਸ ਉੱਤੇ ਕਲਗੀ ਜੀਗਾ ਸੋਹਣੀ ਦਸਤਾਰ ਸਜਾਈ ਹੋਈ ਹੈ, ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਹੋਈਆਂ ਨੇ। ਅਤੇ ਪਾਤਸ਼ਾਹ ਜੀ ਜੋ ਸਿੱਖ ਆ ਕੇ ਮੱਥਾ ਟੇਕਦੇ ਨਾ, ਪੁੱਛਦੇ ਹਨ ਪਾਤਸ਼ਾਹ ਕਿ ਤੇਰੇ ਕਿੰਨੇ ਪੁੱਤਰ ਨੇ? ਕੋਈ ਕਹਿੰਦਾ ਪਾਤਸ਼ਾਹ ਮੇਰੇ 2 ਨੇ, ਕੋਈ ਕਹਿੰਦਾ ਪਾਤਸ਼ਾਹ 4 ਨੇ, ਕੋਈ ਕਹਿੰਦਾ 5 ਨੇ। ਅਤੇ ਸਤਿਗੁਰੂ ਕਹਿੰਦੇ ਨੇ ਇੱਕ ਭਾਈ ਸਾਨੂੰ ਦੇਣਾ ਕਰੋ, ਅਸੀਂ ਆਪਣੀ ਸੈਨਾ 'ਚ ਭਰਤੀ ਕਰਨਾ ਹੈ। ਅਤੇ ਸਿੱਖ ਖੁਸ਼ ਹੋ ਕੇ ਆਪਣੇ ਬੱਚਿਆਂ ਨੂੰ ਦਿੰਦੇ ਨੇ ਕਿ ਸਾਡੇ ਧੰਨ ਭਾਗ ਕਿ ਗੁਰੂ ਦੀ ਸੇਵਾ ਲਈ ਸਾਡੇ ਬੱਚੇ ਕੰਮ ਆ ਰਹੇ ਹਨ ਅਤੇ ਆਪਣੇ ਆਪਣੇ ਬੱਚਿਆਂ ਨੂੰ ਅਰਪਣ ਕਰ ਰਹੇ ਹਨ। ਜਿਨ੍ਹਾਂ ਨੂੰ ਸਤਿਗੁਰੂ ਨੇ ਫਿਰ ਬੜੇ ਸੂਰਮੇ ਬਣਾਉਣਾ ਕੀਤਾ। ਇਹੋ ਜਿਹੇ ਸੂਰਮੇ ਬਣਾਇਆ ਜਿਹੜੇ ਬੈਰੀਆਂ ਨੂੰ ਜਾ ਕੇ ਮੈਦਾਨ ਦੇ ਵਿੱਚ ਬੈਰੀਆਂ ਦੇ ਆਹ ਲਾਉਂਦੇ ਸਨ। ਫਿਰ ਸਤਿਗੁਰੂ ਜੀ ਨੇ ਇਹ ਬਚਨ ਕੀਤੇ ਕਿ ਜਿਹਨੇ ਸਾਡੀ ਖੁਸ਼ੀ ਲੈਣੀ ਹੈ ਉਹ ਸਾਡੇ ਲਈ ਘੋੜੇ ਲੈ ਕੇ ਆਉਣ, ਵਧੀਆ ਸ਼ਸਤਰ ਲੈ ਕੇ ਆਉਣ। ਜਿਹੜਾ ਸਾਡੇ ਲਈ ਵਧੀਆ ਸ਼ਸਤਰ ਘੋੜੇ ਲੈ ਕੇ ਆਵੇਗਾ ਅਤੇ ਉਹਨੂੰ ਅਸੀਂ ਉਹਦੇ ਉੱਤੇ ਸਾਡੀ ਬਹੁਤ ਵੱਡੀ ਬਖਸ਼ਿਸ਼ ਹੋਵੇਗੀ। ਜਦੋਂ ਸਤਿਗੁਰ ਨੇ ਇਹ ਬਚਨ ਕੀਤੇ ਕਿ ਜਿਹਦੇ ਇੱਕ ਇੱਕ ਪੁੱਤਰ ਸਾਨੂੰ ਦੇਣਾ ਕਰੋ, ਅਤੇ ਮਾਝੇ ਦੇ ਇਲਾਕੇ ਦੇ ਵਿੱਚੋਂ ਬਹੁਤ ਸਾਰੇ ਸੂਰਮੇ ਜਿਹੜੇ ਸਿੱਖ ਸੀ ਨਾ, ਸਿੱਖਾਂ ਦੇ ਬੱਚੇ, ਉਹ ਸਤਿਗੁਰਾਂ ਦੀ ਸੈਨਾ ਵਿੱਚ ਭਰਤੀ ਹੋਏ, ਜਿਨ੍ਹਾਂ ਨੇ ਗੁਰੂ ਲਈ ਆਪਣੀਆਂ ਫਿਰ ਜਵਾਨੀਆਂ ਲਾਣਾ ਕੀਤੀਆਂ। ਜਦੋਂ ਲੋੜ ਪਈ, ਜਦੋਂ ਸਤਿਗੁਰ ਨੇ ਆਪਣੇ ਜੀਵਨ ਕਾਲ 'ਚ 4 ਜੰਗਾਂ ਲੜਨਾ ਕੀਤੀਆਂ ਨੇ, ਚਾਹੇ ਉਹ ਅੰਮ੍ਰਿਤਸਰ ਸਾਹਿਬ ਦੀ ਜੰਗ ਸੀ ਅਤੇ ਪਹਿਲੀ ਜੰਗ ਦੇ ਵਿੱਚ ਬੜੇ ਜੌਹਰ ਦਿਖਾਏ, ਕਰਤੱਵ ਦਿਖਾਏ ਅਤੇ ਗੁਰੂ ਸਵਾਰਿਓ ਇਹਨਾਂ 4 ਜੰਗਾਂ ਵਿੱਚ ਪਾਤਸ਼ਾਹ ਨੇ ਜਿੱਤ ਪ੍ਰਾਪਤ ਕੀਤੀ। ਅਤੇ ਇਸ ਤਰ੍ਹਾਂ 6ਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 6ਵੇਂ ਪਾਤਸ਼ਾਹ ਦੀ ਸਿਫਤ ਸਲਾਹ ਵਿੱਚ ਬਚਨ ਕੀਤੇ ਨੇ ਕਿ 5 ਪਿਆਲੇ 5 ਪੀਰ 6ਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। 5 ਪਿਆਲੇ 5 ਪੀਰ, ਜਿਹੜੇ 5 ਪੀਰ ਸਨ, ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਤੱਕ, ਜੋ ਕਿਉਂਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਬਾਬਤ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਜਾਹਰ ਪੀਰ ਜਗਤ ਗੁਰ ਬਾਬਾ। ਗੁਰੂ ਨਾਨਕ ਸਾਹਿਬ ਮਹਾਰਾਜ ਸਤਿਕਾਰ ਵਜੋਂ ਮੁਸਲਮਾਨ ਵੀਰ ਸਤਿਗੁਰਾਂ ਨੂੰ ਜਾਹਰ ਪੀਰ ਜਗਤ ਗੁਰੂ ਬਾਬਾ ਮੰਨਦੇ ਸਨ। ਅਤੇ ਭਾਈ ਗੁਰਦਾਸ ਜੀ 5 ਪਿਆਲੇ 5 ਪਿਆਨੇ 5 ਪਿਆਨੇ ਕਰ ਚੁੱਕੇ, ਭਾਵ ਜੋਤੀ ਜੋ ਸਮਾ ਗਏ ਨੇ। ਹੁਣ ਜਿਹੜਾ 6ਠਮ ਪੀਰ ਬੈਠਾ ਗੁਰ ਭਾਰੀ, 6ਵਾਂ ਸਤਿਗੁਰੂ ਮਹਾਰਾਜ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਆਪਣੀ ਕਾਇਆ ਪਲਟੀ, ਭਾਵ ਸਰੀਰ ਪਲਟਿਆ। ਜੋਤ ਉਹੀ ਗੁਰੂ ਨਾਨਕ ਦੀ, ਜਿਹੜੀ ਗੁਰੂ ਨਾਨਕ ਪਾਤਸ਼ਾਹ ਜੋਤ ਭਾਈ ਲਹਿਣੇ ਵਿੱਚ ਬਿਰਾਜਮਾਨ ਹੋਈ, ਜਿਹੜੀ ਗੁਰੂ ਅੰਗਦ ਦੇ ਮਹਾਰਾਜ ਵਾਹਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਬਿਰਾਜਮਾਨ ਹੋਈ ਹੈ, ਅੱਗੇ ਗੁਰੂ ਰਾਮਦਾਸ 5ਵੇਂ ਪਾਤਸ਼ਾਹ ਵਿੱਚ, ਅਤੇ ਜੋਤ ਉਹੀ ਗੁਰੂ ਨਾਨਕ ਦੀ ਵਰਤ ਰਹੀ ਹੈ ਅਤੇ ਕਾਇਆ ਪਲਟੀ ਗਈ ਹੈ, ਭਾਵ ਸਰੀਰ ਬਦਲਿਆ ਹੈ ਅਤੇ ਜੋਤ ਉਹੀ ਕੰਮ ਸਾਰਾ ਕਰ ਰਹੀ ਹੈ। ਅਤੇ ਇਸ ਤਰ੍ਹਾਂ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। 6ਵੇਂ ਸਤਿਗੁਰੂ ਮਹਾਰਾਜ ਬਾਕੀ ਦਲ ਭੰਜਨ ਸਨ, ਵੱਡੇ ਯੋਧੇ ਸੀ, ਪਰਉਪਕਾਰੀ ਵੀ ਸਨ। ਕਿਉਂਕਿ ਜੇ ਆਪਾਂ ਸਤਿਗੁਰਾਂ ਦੇ ਸਰੀਰ ਦੀ ਗੱਲ ਕਰੀਏ ਨਾ, ਬਚਪਨ ਤੋਂ ਹੀ ਸਤਿਗੁਰੂ ਜੀ ਤਕੜੇ ਸਰੀਰ ਵਾਲੇ ਸਨ, ਅਤੇ ਤਕੜਾ ਸਰੀਰ ਸ਼ਡੋਲ ਸਰੀਰ ਸੀ ਪਾਤਸ਼ਾਹ ਦਾ। ਜਿਹੜਾ ਜਿਸ ਘੋੜੇ ਉੱਤੇ ਸਤਿਗੁਰੂ ਮਹਾਰਾਜ ਬਿਰਾਜਮਾਨ ਹੁੰਦੇ ਸੀ ਨਾ, 6ਵੇਂ ਪਾਤਸ਼ਾਹ ਮਹਾਰਾਜ, ਉਹ ਘੋੜਾ
ਘੋੜੇ ਉੱਤੇ ਵਿਰਾਜਮਾਨ ਹੋਣਾ ਤੇ ਥੋੜ੍ਹੀ ਦੂਰੀ 'ਤੇ ਜਾ ਕੇ ਪੈਂਡਾ ਤੈਅ ਕਰਕੇ ਫਿਰ ਉਹ ਘੋੜਾ ਬਦਲਣਾ ਪੈਂਦਾ ਸੀ ਅੱਗੇ। ਇੰਨੀ ਤਾਕਤ ਸੀ ਸਤਿਗੁਰ। ਇੱਕ ਤਾਂ ਜਿਹੜਾ ਇੱਕ ਬਸ ਖਾ ਪੀ ਕੇ ਆਪਣੇ ਸਰੀਰ ਨੂੰ ਮੋਟਾ ਕਰਨਾ, ਉਹ ਤਾਕਤ ਨਹੀਂ, ਅਸਲ ਵਿੱਚ ਡੋਲਿਆਂ ਵਿੱਚ ਜੋਸ਼ ਸੀ ਪਾਤਸ਼ਾਹ ਦੇ। ਸਰੀਰਕ ਤੌਰ 'ਤੇ ਬੜੇ ਤਕੜੇ ਸਨ, ਜਿਹਦੇ ਬਾਬਤ ਜਦੋਂ ਉਹਨਾਂ ਦਾ ਪ੍ਰਕਾਸ਼ ਹੋਣਾ ਸੀ, ਪ੍ਰਕਾਸ਼ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਵਰ ਦੇ ਦਿੱਤਾ ਸੀ ਕਿ ਗੁਰੂ ਘਰ ਵਿਖੇ ਵੱਡ ਯੋਧਾ ਪਰਉਪਕਾਰੀ ਪੁੱਤਰ ਪੈਦਾ ਹੋਵੇਗਾ। ਇਸ ਤਰ੍ਹਾਂ ਉਹ ਬੈਰੀਆਂ ਦੇ ਸਿਰ ਭੰਨੇਗਾ ਜਿਵੇਂ ਅਸੀਂ ਗੰਢਾ ਭੰਨਣਾ ਕੀਤਾ ਹੈ। ਮਾਤਾ ਗੰਗਾ ਜੀ ਨੂੰ ਵਰ ਦਿੱਤਾ ਸੀ ਗੁਰੂ ਸਵਾਰਿਆ। ਫਿਰ ਅਗਲਾ ਬਚਨ ਕੀਤਾ ਸੀ ਜਦੋਂ ਵਰਖਾ ਹੋ ਰਹੀ ਸੀ, ਬਿਜਲੀ ਲਿਸ਼ਕੀ ਹੈ, ਕਹਿੰਦੇ ਇਸ ਤਰ੍ਹਾਂ ਉਹਦੀ ਤਲਵਾਰ ਸ਼੍ਰੀ ਸਾਹਿਬ ਲਿਸ਼ਕੇਗੀ ਜਿਵੇਂ ਇਹ ਬਿਜਲੀ ਲਿਸ਼ਕ ਰਹੀ ਹੈ। ਅਤੇ ਅਗਲਾ ਬਚਨ ਕੀਤਾ ਸੀ, ਕਹਿੰਦੇ ਨੇ ਜਿਵੇਂ ਇਹ ਵਰਖਾ ਹੋ ਰਹੀ ਹੈ, ਬੂੰਦਾਬਾਂਦੀ ਹੋ ਰਹੀ ਹੈ, ਇਸੇ ਤਰ੍ਹਾਂ ਨਾਲ ਉਹ ਨਾਮ ਅੰਮ੍ਰਿਤ ਦੀ ਵਰਖਾ ਵੀ ਕਰਨਗੇ, ਤਪਦਿਆਂ ਹੋਇਆਂ ਹਿਰਦਿਆਂ ਨੂੰ ਠੰਡਾ ਠਾਰ ਕਰ ਦੇਣਗੇ। ਅਤੇ ਐਸੇ ਦੀਨ ਦਿਆਲੂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅੱਜ ਗੁਰਤਾ ਗੱਦੀ ਦਿਵਸ ਦਿਹਾੜਾ ਹੈ। ਸੋ ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਗੁਰਤਾ ਗੱਦੀ ਦਿਵਸ ਦਿਹਾੜੇ ਦੀ ਲੱਖ ਲੱਖ ਵਧਾਈ। ਸੋ ਸਤਿਗੁਰੂ ਮਹਾਰਾਜ ਵਚਨ ਕਰਦੇ ਹਨ, ਕਹਿੰਦੇ ਏਕੋ ਆਪ ਤੂੰ ਹੈ ਵੱਡ ਰਾਜਾ, ਹੁਕਮ ਸੱਚੇ ਕੈ ਪੂਰੇ ਕਾਜਾ। ਕਹਿੰਦੇ ਹੇ ਪਰਮਾਤਮਾ ਤੂੰ ਇੱਕ ਹੈ, ਤੂੰ ਹੈ ਵੱਡ ਰਾਜਾ, ਤੂੰ ਵੱਡਾ ਰਾਜਾ, ਰਾਜਿਆਂ ਵਿੱਚੋਂ ਵੱਡਾ ਰਾਜਾ। ਜਿਹੜੇ ਦੁਨਿਆਵੀ ਰਾਜੇ ਨੇ ਨਾ, ਇਹ ਸਾਰੇ ਤੇਰੇ ਬਣਾਏ ਹੋਏ ਹਨ। ਤੂੰ ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ ਹੈ। ਹੁਕਮ ਸੱਚੇ ਕੈ ਪੂਰੇ ਕਾਜਾ, ਸਾਰਿਆਂ ਦੇ ਉੱਤੇ ਮਾਲਕ ਤੇਰੇ ਹੀ ਹੁਕਮ ਚੱਲਦਾ ਹੈ ਅਤੇ ਤੂੰ ਹੀ ਸਾਰਿਆਂ ਦੇ ਕਾਰਜ ਜਿਹੜਾ ਪੂਰੇ ਕਰਨ ਵਾਲਾ, ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ ਹੈ। ਭਾਵ ਤੇਰਾ ਹੁਕਮ ਅਮੋੜ ਹੈ, ਜਿਹਦੇ ਉੱਤੇ ਤੂੰ ਜਿਹਦੇ ਤੂੰ ਬਖਸ਼ਿਸ਼ ਕਰਦਾ ਹੈ, ਉਹਦੀਆਂ ਫਿਰ ਝੋਲੀਆਂ ਭਰ ਜਾਂਦੀਆਂ ਹਨ। ਇਸ ਕਰਕੇ ਮਾਲਕ ਜੀ ਕਾਰਜ ਵੀ ਆਪ ਪੂਰੇ ਕਰਨ ਵਾਲੇ ਹਨ। ਤੇਰਾ ਹੀ ਹੁਕਮ ਚੱਲਦਾ ਹੈ, ਤੇਰਾ ਹੁਕਮ ਸੱਚਾ ਹੈ। ਅੰਤਰ ਬਾਹਰ ਸਭ ਕਿਛ ਜਾਣੈ, ਆਪੇ ਹੀ ਆਪ ਭਤੀਜਾ ਹੈ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਅੰਦਰ ਜਿੰਨੀ ਵੀ ਬਨਸਪਤੀ ਹੈ ਜਾਂ ਸੰਸਾਰ ਹੈ, ਜਿੰਨੇ ਜੀਵ ਜੰਤੂ ਹਨ, ਇਹਨਾਂ ਜੀਵਾਂ ਦੇ ਅੰਦਰ ਵੀ ਪਰਮਾਤਮਾ ਤੂੰ ਵਰਤ ਰਿਹਾ ਹੈ। ਬਾਹਰ ਜਿੰਨੀ ਬਨਸਪਤੀ ਆਪਾਂ ਦੇ ਸੰਸਾਰ ਦੇਖਦੇ ਹਾਂ, ਸੰਸਾਰ ਬਾਹਰ ਵੀ ਪਰਮਾਤਮੇ ਵਰਤ ਰਿਹਾ ਹੈ। ਤੂੰ ਸਾਡੇ ਅੰਦਰ ਦੀ ਵੀ ਜਾਣਦਾ ਅਤੇ ਸਾਡੇ ਬਾਹਰ ਦੀ ਵੀ ਜਾਣਦਾ ਹੈ। ਜਾਣਦਾ ਤਾਂ ਹੈ ਕਿਉਂਕਿ ਸਾਡੇ ਅੰਦਰ ਬੈਠਾ ਹੋਇਆ ਹੈ। ਤੂੰ ਆਪੇ ਆਪ ਭਤੀਜਾ ਹੈ। ਇਸ ਕਰਕੇ ਪਰਮਾਤਮਾ ਤੂੰ ਆਪਣੇ ਆਪ ਤੋਂ ਪੈਦਾ ਹੋਇਆ, ਤੂੰ ਆਪ ਹੀ ਭਤੀਜਣ ਵਾਲਾ ਹੈ, ਆਪ ਹੀ ਪ੍ਰਸੰਨ ਹੁੰਦਾ ਹੈ, ਆਪ ਹੀ ਬਖਸ਼ਾਂ ਕਰਦਾ ਹੈ। ਭਾਵ ਸਭ ਕੁਝ ਤੇਰੇ ਵੱਸ ਦੇ ਵਿੱਚ ਹੈ। ਸੱਚ ਕਿਉਂਕਿ ਸਾਡੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਤਿਗੁਰੂ ਮਹਾਰਾਜ ਫਰਮਾਨ ਕਰਦੇ ਹਨ ਕਿ ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਇਸੇ ਪ੍ਰਕਾਰ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਅੰਤਰ ਜਾਮੀ ਪੁਰਖ ਵਿਧਾਤੇ, ਤਿਸਤੇ ਕਾਂ ਛਪਾਇਓ। ਜਿਹੜਾ ਸਾਡੇ ਅੰਦਰ ਦੀ ਜਾਣਨ ਵਾਲਾ ਫਲਪੁਰ ਵਿਧਾਤਾ ਪਰਮੇਸ਼ਰ ਹੈ, ਉਸ ਮਾਲਕ ਤੋਂ ਆਪਾਂ ਕੀ ਛਪਾ ਲਵਾਂ? ਕੁਛ ਨਹੀਂ ਛਪਾ ਸਕਦੇ ਹਾਂ, ਕਿਉਂਕਿ ਉਹ ਸਾਡੇ ਮਨਾਂ ਦੀਆਂ ਜਾਣਦਾ, ਸਾਡੇ ਅੰਦਰ ਉਹ ਬਿਰਾਜਮਾਨ ਹੈ। ਜੋ ਵੀ ਆਪਾਂ ਕਰਮ ਕਰਦੇ ਹਾਂ, ਦਿਨੇ ਕਰਦੇ, ਰਾਤ ਨੂੰ ਕਰਦੇ ਹਾਂ, 24 ਘੰਟਿਆਂ ਦੇ ਵਿੱਚ ਕੱਲਾ ਕੱਲਾ ਕਰਮ ਪਰਮਾਤਮਾ ਸਾਡਾ ਦੇਖ ਰਿਹਾ ਹੈ। ਸੰਸਾਰ 'ਚ ਵਿਚਰਦੇ ਬੰਦਾ ਬੰਦੇ ਤੋਂ ਆਪਣੇ ਆਪ ਨੂੰ ਲੁਕਾਉਂਦਾ ਹੈ। ਕੋਈ ਗੁਨਾਹ ਕਰਨਾ, ਕੋਈ ਪਾਪ ਕਰਨਾ, ਚੋਰ ਨੇ ਚੋਰੀ ਕੀਤੀ ਤੋ ਆਲੇ ਦੁਆਲੇ ਦੇਖਦਾ ਕਿ ਮੈਨੂੰ ਕੋਈ ਦੇਖਦਾ ਨਾ ਹੋਵੇ। ਪਰ ਗੁਰੂ ਸਵਾਰੇ ਨੂੰ ਇਹ ਨਹੀਂ ਗਿਆਨ ਹੁੰਦਾ ਕਿ ਇੱਕ ਮਹਾਨ ਹਸਤੀ ਐਸੀ ਹੈ ਜਿਹੜੀ ਤੈਨੂੰ ਹਰ ਪਲ ਹਰ ਸੈਕਿੰਡ ਵਿੱਚ ਤੈਨੂੰ ਦੇਖ ਰਹੀ ਹੈ। ਉਹ ਮਹਾਨ ਹਸਤੀ ਅਕਾਲ ਪੁਰਖ ਵਾਹਿਗੁਰੂ ਹੈ ਅਤੇ ਬਾਹਰ ਦੀ ਵੀ ਜਾਣਦਾ ਹੈ। ਜਦੋਂ ਆਪਾਂ ਗੁਰੂ ਕੇ ਦਰਬਾਰ ਵਿੱਚ ਆਉਂਦੇ ਹਾਂ, ਆਮ ਤੌਰ 'ਤੇ ਆਪਾਂ ਇੱਕ ਦੂਜੇ ਦਾ ਚਿਹਰਾ ਦੇਖ ਕੇ ਦੱਸਦੇ ਹਾਂ ਕਿ ਫਲਾਣੇ ਦਾ ਸੁਭਾਅ ਵਧੀਆ, ਫਲਾਣਾ ਦਾ ਰੂਪ ਰੰਗ ਇਸ ਤਰ੍ਹਾਂ ਦਾ ਹੈ।
पर सानू अंदरली तस्वीर आपां नहीं देख सकते, क्योंकि अंदर तक साडी पहुँच ही नहीं है। अंदर तक पहुँच है साडे गुरु साहिबान दी, अंदर तक पहुँच है परमात्मा दी। जिमें एक्सरा किया जाता ना शरीर का, एक्सरा साडे शरीर दीयां हड्डियां सामने आ जांदियां, जिहड़े फंक्शन ने पता लग जाता कित्थों बीमारी है, की है शरीर के अंदर। इसे तरह गुरु घर वेखे भी, जो गुरु घर दे गुरु के सन्मुख कोई आके खलोंदा है तो सतगुरां दे दर ते एक्सरा किया जाता, अंदर का पता है अंदर की चल रहा कि बाहर की है। तो सतगुरु महाराज फिर इस तरह उन्होंने उपदेश दिंदे ने कि भाई जिहड़ी तस्वीर तेरे अंदर ना, बाहरों तो कुछ हो रहा है तो अंदरों कुछ हो रहा है, अंदरों भी इस तरह बनना कर। जे सिखा तू बाहरों सच्चियार बनना तो अंदरों भी सच्चियार बनना कर, फिर तू साढ़े बन होगा। तो करते हैं कहते अंतर बाहर सब कुछ जाना, साढ़े अंदर दी भी साढ़े बाहर दी भी। ये परमात्मा तू सब कुछ जानता है, आपे ही आप भतीजा है, तू अपने आप तो ही भतीजदा है, प्रसन्न हुंदा है। जिहदे उत्ते तैं बख्शिशणी है ਉਹਦੇ ਉਹੀ तेरा नाम जपदा, ਉਹੀ फिर तेरी टहल सेवा करता है, तेरे गुण गा गायन करके तेरे विच ही भेद हो जाता है। ये गुरु सवारे सतगुरु महाराज ने साढ़े उत्ते बख्शिश की है। आप बोलिया कि नहीं, अनेकां गलतियां हो गई होणगीਆਂ।